सत श्री अकाल। रोज की तरह मैं अज फिर एक विषय के उत्ते अपना जो विचार है तुहाडे नाल साझा करन जा रहे हैं। अज का जो मेरा विषय है वो भारत की किसानी नूं लैके है, भारत की खेतीबाड़ी नूं लैके है। सो बड़े दुख की गल है कि किसान ਅਤੇ केंद्र सरकार ਦੇ ਵਿੱਚ जो एक डेडलॉक बन चुका है, जो गल रुक चुकी है, वो गलबात का कोई रास्ता खुलन का कोई स्कोप नजर नहीं आ रहा फिलहाल। ते इस समय के दौरान जो हालात है वो होर संजीदा होंदे जा रहे हैं। नौजवानों की भीड़ उत्थे वध रही है ते सर्दी भी पिछले 2-3 दिनों तो बहुत ज़्यादा बढ़ चुकी है। सो इन्हां हालतों को देखते हुए ह्यूमन ग्राउंड्स के उत्ते मैं भी कंसर्नड हाँ, चिंतित हाँ। सब तो पहला तो अज तक जिन्ने भी किसान भावें वो भारत के किसी भी कोने तो होण, जो इस अंदोलन के विच दिल्ली बैठे अपनियां जानां गवा चुके हैं, उन्हां सब नूं मैं अपने वालों श्रद्धांजलि अर्पित करता। ते कल एक बहुत ही दुखदाई घटना हुई जिस विच करनाल दे संत बाबा राम सिंह जी ने इस अंदोलन के चलदे अपनी शहादत दी। इस अंदोलन की पीड़ नूं महसूस करते हुए उन्हां अपनी शहादत दी। जो संत बाबा राम सिंह जी की शहादत है उसनूं जे असीं बाबा राम सिंह जी के पॉइंट ऑफ व्यू तो लईए तो उन्होंने किसी परपस के वास्ते अपने जीवन नूं लेखे लाया। उन्होंने पॉइंट ऑफ व्यू तो यह उन्होंने वास्ते एक तसली योग तसली बख्श गल हो सकती है, लेकिन जे मैं इसनूं आम ह्यूमन ग्राउंड्स के उत्ते देखना तो यह बड़ी दुखदाई गल है कि एक व्यक्ति अध्यात्मवाद का प्रचार करता होया दुनिया नूं मॉरल वैल्यूज का ज्ञान दिंदा होया अपने जीवन के पैंडे नूं अधूरा छड्ड के किसी मिशन ते चलिया हुआ व्यक्ति अपने जीवन के पैंडे नूं अधूरा छड्ड के इस दुनिया तो रुखसत हो जाता है। इस करके मैनूं दुखदाई गल लगी है ते यही जो है हजे इस तरह दी चीज़ां की मैनूं लगता शुरुआत है। जो इस तरह के अंदोलन उठते हैं लोगों के अंदर एक दया भावना पैदा होती है, लोगों के अंदर एक स्पिरिट होती है, लोगों के अंदर एक जज्बा होता है। तो इसके विचों कई इहो जिहियां इंस्टांसिस देखने को मिल सकती होंदियां, पर मैं उम्मीद करता, मैं प्रे करता, मैं गवर्नमेंट नूं भी अपील करता कि इस दा सल्यूशन जितना छेती हो सके वो कट लिया जाए। देश के सरकार के किसानों के आम जनता के सब के हित की गल है। इसके
ਨਾਲ ਨਾਲ ਲੱਗਦੀ ਗੱਲ ਮੈਂ ਕਰ ਰਿਹਾ, ਕਿਉਂਕਿ ਜਿਵੇਂ ਕੱਲ ਨਿਊਜ਼ ਆਈ ਕਿ ਆਨਰੇਬਲ ਸੁਪਰੀਮ ਕੋਰਟ ਦੇ ਵੱਲੋਂ ਇਸ ਅੰਦੋਲਨ ਦਾ ਨੋਟਿਸ ਲਿਆ ਗਿਆ ਕਿਸੇ ਪਟੀਸ਼ਨ ਦੇ ਆਧਾਰ ਦੇ ਉੱਤੇ perhaps, ਤੇ ਉਸ ਨੋਟਿਸ ਦੇ ਵਿੱਚ ਇੰਡੀਆ ਦੀ ਐਪੈਕਸ ਕੋਰਟ ਵੱਲੋਂ ਵੀ ਇਹੀ ਅਪੀਲ ਕੀਤੀ ਗਈ ਕਿ ਐਮੀਕੇਬਲ ਸੋਲਿਊਸ਼ਨ ਲੱਭ ਲਿਆ ਜਾਵੇ। ਲੇਕਿਨ ਅਗਰ ਕੋਈ ਐਮੀਕੇਬਲ ਸੋਲਿਊਸ਼ਨ ਵਾਲੇ ਪਾਸੇ ਗੱਲ ਨਹੀਂ ਤੁਰਦੀ ਤਾਂ ਆਨਰੇਬਲ ਸੁਪਰੀਮ ਕੋਰਟ ਜੋ ਵੀ ਡਿਸੀਜ਼ਨ ਲਏਗੀ ਉਹ ਦੇਖਣਾ ਪਵੇਗਾ ਫਿਊਚਰ ਦੇ ਵਿੱਚ ਕੀ ਡਿਸੀਜ਼ਨ ਹੈ, ਕਿਸ ਪਾਸੇ ਨੂੰ ਗੱਲ ਜਾਂਦੀ ਹੈ, ਕਿਉਂਕਿ ਭਾਰਤ ਦੀ ਜੋ ਨਿਆਂ ਪ੍ਰਣਾਲੀ ਹੈ ਉਸ ਦੇ ਵਿੱਚ ਸਾਰੇ ਲੋਕਾਂ ਨੂੰ ਵਿਸ਼ਵਾਸ ਹੈ, ਸਾਰੇ ਲੋਕ ਉਸ ਨੂੰ ਮੰਨਦੇ ਆ। ਸੋ ਲੈਟ ਵੀ ਸੀ what is going to happen in the days to come. ਸੋ ਗੱਲ ਇਹ ਹੁੰਦੀ ਹੈ ਕਿ ਇਸ ਵੇਲੇ ਮੇਰੇ ਮਾਈਂਡ ਵਿੱਚ ਦੋ ਇਸ਼ੂ ਆ ਰਹੇ ਹੈ, ਦੋ ਚੀਜ਼ਾਂ ਆ ਰਹੀਆਂ। ਇੱਕ ਪੁਆਇੰਟ ਇਹ ਕਿ ਜੋ ਪ੍ਰੈਜ਼ੈਂਟ ਸਿਚੁਏਸ਼ਨ ਡਿਵੈਲਪ ਹੋ ਚੁੱਕੀ ਹੈ, ਜਿੱਥੋਂ ਤੱਕ ਇਹ ਜੋ ਹਾਲਾਤ ਹੈ ਉਹ ਪਹੁੰਚ ਚੁੱਕੇ ਹੈ, ਉਹਨਾਂ ਹਾਲਾਤਾਂ ਨੂੰ ਬਿਊਟੀਫੁਲੀ, ਐਮੀਕੇਬਲੀ ਐਂਡ ਵਿਨ ਸਟ੍ਰੈਟਜੀ ਦੇ ਨਾਲ ਉਹਨਾਂ ਨੂੰ ਕਿਵੇਂ ਮੈਨੇਜ ਕੀਤਾ ਜਾਵੇ। ਕਿਉਂਕਿ ਜੇ ਦੋ ਪਾਰਟੀਜ਼ ਕਿਸੇ ਵੀ ਮਸਲੇ ਨੂੰ ਲੈ ਕੇ ਆਪਣੀ ਆਪਣੀ ਲਾਈਨ ਖਿੱਚ ਕੇ ਖੜ ਜਾਂਦੀਆਂ ਤਾਂ ਫਿਰ ਦੋ ਡਾਈਵਰਜੈਂਟ ਲਾਈਨਸ ਹੈ, ਦੋ ਪੈਰਲਲ ਲਾਈਨਸ ਹੈ, ਉਹਨਾਂ ਨੇ ਕਦੇ ਵੀ ਕਨਵਰਜ ਨਹੀਂ ਹੋਣਾ ਹੁੰਦਾ ਤੇ ਇਹ ਇੱਦਾਂ ਹੀ ਚੱਲਦਾ ਰਹਿੰਦਾ ਹੈ। ਬਟ ਇਹ ਅਫੋਰਡੇਬਲ ਨਹੀਂ ਹੈ, ਕਿਸੇ ਲਈ ਵੀ ਅਫੋਰਡੇਬਲ ਨਹੀਂ ਹੈ। ਸੋ ਦੈਟ ਇਜ਼ ਵਾਈ ਮੈਨੂੰ ਲੱਗਦਾ ਕਿ ਕੌਨਸ਼ੀਅਸਲੀ ਜੋ ਹੈ ਐਫਰਟਸ ਕਰਕੇ ਕਨਵਰਜਿੰਗ ਪੁਆਇੰਟਸ ਡਿਵੈਲਪ ਕਰਨੇ ਚਾਹੀਦੇ ਆ। ਦੋਨੋਂ ਪਾਰਟੀਜ਼ ਨੂੰ ਇੱਕ ਦੂਜੇ ਦੇ ਨੇੜੇ ਹੋ ਕੇ ਕੋਈ ਐਮੀਕੇਬਲ ਸੋਲਿਊਸ਼ਨ ਲੱਭਣਾ ਚਾਹੀਦਾ ਹੈ, ਕਿਉਂਕਿ ਇੱਥੇ ਮੈਨੂੰ ਸਾਡੇ ਬੜੇ ਪ੍ਰਸਿੱਧ ਫਿਲੋਸਫਰ ਹੋਏ ਆ, ਮੈਰੀ ਪਾਰਕਰ ਪੋਲਿਟ, ਅਮਰੀਕਨ ਫਿਲੋਸਫਰ, ਸੋਸ਼ੀਓਲੋਜਿਸਟ, ਥਿੰਕਰ ਹੋਏ ਆ। ਉਹਨਾਂ ਨੇ ਇੱਕ ਬਹੁਤ ਸੋਹਣੀ ਗੱਲ ਕੀਤੀ ਸੀ ਕਿ ਜੋ ਫ੍ਰਿਕਸ਼ਨ ਹੈ, ਜੋ ਤਣਾਵ ਹੈ, ਫ੍ਰਿਕਸ਼ਨ ਹੈ, ਡਿਸਪਿਊਟ ਹੈ, ਸੋ ਫ੍ਰਿਕਸ਼ਨ ਇਜ਼ ਏ ਨੈਚੁਰਲ ਫਿਨੋਮੀਨਾ। ਉਹ ਕਹਿੰਦੇ ਕਿ ਫ੍ਰਿਕਸ਼ਨ ਇਜ਼ ਯੂਨੀਵਰਸਲ, ਹਰ ਜਗ੍ਹਾ ਤੇ ਫ੍ਰਿਕਸ਼ਨ ਐਗਜ਼ਿਸਟ ਕਰਦੀ ਹੈ, ਫ੍ਰਿਕਸ਼ਨ ਨੈਚੁਰਲ ਹੈ। ਦੁਨੀਆ ਦੀ ਕੋਈ ਵੀ ਚੀਜ਼ ਜਿਹੜੀ ਹੈ ਉਹ ਵਿਦਾਊਟ ਫ੍ਰਿਕਸ਼ਨ ਪ੍ਰੋਡਿਊਸ ਨਹੀਂ ਹੁੰਦੀ। ਅਗਰ ਅਸੀਂ ਫਸਲ ਪੈਦਾ ਕਰਦੇ ਹਾਂ ਉੱਥੇ ਵੀ ਫ੍ਰਿਕਸ਼ਨ ਹੈ। ਅਗਰ ਕੋਈ ਸੀਡ ਦੇ ਵਿੱਚੋਂ ਕੋਈ ਪਲਾਂਟ ਨਿਕਲਦਾ ਹੈ ਉੱਥੇ ਵੀ ਫ੍ਰਿਕਸ਼ਨ ਹੈ। ਅਗਰ ਹਿਊਮਨ ਬੀਇੰਗਸ ਦੀ ਰੀਪਰੋਡਕਸ਼ਨ ਹੁੰਦੀ ਹੈ ਉੱਥੇ ਵੀ ਫ੍ਰਿਕਸ਼ਨ ਹੈ। ਅਗਰ ਯੂ ਕੈਨ ਸੇ ਨੈਚੁਰਲ ਜੋ ਹਵਾ ਚੱਲਦੀ ਹੈ ਉਹ ਵੀ ਫ੍ਰਿਕਸ਼ਨ ਕ੍ਰੀਏਟ ਕਰਦੀ ਹੈ, ਰਾਈਟ। ਅਗਰ ਦੁਨੀਆ ਦੀ ਤੁਸੀਂ ਖੂਬਸੂਰਤ ਪ੍ਰੋਡਕਸ਼ਨ, ਸੋ ਅਗਰ ਅਸੀਂ ਫਲੂਟ ਦੇਖ ਲਈਏ ਕਿੰਨੀ ਸੋਹਣੀ ਆਵਾਜ਼ ਪ੍ਰੋਡਿਊਸ ਕਰਦਾ ਹੈ, ਬਟ ਉਹ ਵੀ ਫ੍ਰਿਕਸ਼ਨ ਤੋਂ ਹੀ ਪ੍ਰੋਡਿਊਸ ਹੁੰਦੀ ਹੈ। ਸੋ ਖਾਣਾ ਬਣਾਉਂਦੇ ਆ ਫ੍ਰਿਕਸ਼ਨ ਹੈ, ਖਾਣਾ ਖਾਂਦੇ ਆ ਫ੍ਰਿਕਸ਼ਨ ਹੈ, ਵਾਟਰ ਗਰਾਊਂਡ 'ਚੋਂ ਡਰॉ ਕਰਦੇ ਹਾਂ ਫ੍ਰਿਕਸ਼ਨ ਹੈ। ਸੋ ਕੋਈ ਵੀ ਦੁਨੀਆ ਦੀ ਐਸੀ ਚੀਜ਼ ਨਹੀਂ ਹੈ ਜਿਹੜੀ ਵਿਦਾਊਟ ਫ੍ਰਿਕਸ਼ਨ ਪੈਦਾ ਹੁੰਦੀ ਹੋਵੇ। ਬਟ ਬੜੀ ਇਹ ਅਜੀਬ ਗੱਲ ਹੈ ਕਿ ਫ੍ਰਿਕਸ਼ਨ ਬੰਦੇ ਨੂੰ ਕਦੇ ਨਹੀਂ ਛੱਡਦੀ, ਬੰਦੇ ਦੇ ਨਾਲ ਰਹਿੰਦੀ ਹਮੇਸ਼ਾ। ਫ੍ਰਿਕਸ਼ਨ ਹੀ ਉਹਦਾ ਜੀਵਨ ਹੈ, ਫ੍ਰਿਕਸ਼ਨ 'ਚ ਉਹਦਾ ਜੀਵਨ ਉੱਭਰਦਾ ਹੈ। ਲੇਕਿਨ ਵਿਅਕਤੀ ਹਮੇਸ਼ਾ ਫ੍ਰਿਕਸ਼ਨ ਤੋਂ ਡਰਦਾ ਹੈ, ਫ੍ਰਿਕਸ਼ਨ ਤੋਂ ਅਵੋਇਡ ਕਰਦਾ ਔਰ ਸਮੂਥ ਜੀਵਨ ਹੈ ਉਹ ਚਾਹੁੰਦਾ ਹੈ। ਬਟ ਜੇ ਅਸੀਂ ਇਸਨੂੰ ਦੂਸਰੀ ਤਰ੍ਹਾਂ ਦੇਖ ਲਈਏ ਕਿ ਜੇ ਫ੍ਰਿਕਸ਼ਨ ਨਾ ਹੋਵੇ ਤਾਂ ਅਸੀਂ ਇੱਕ ਕਦਮ ਵੀ
ਸੁਭਾਵਿਕ ਹੈ, ਫ੍ਰਿਕਸ਼ਨ ਯੂਨੀਵਰਸਲ ਹੈ, ਫ੍ਰਿਕਸ਼ਨ ਵਿੱਚੋਂ ਸਾਡਾ ਜੀਵਨ ਉੱਭਰਦਾ ਹੈ ਤੇ ਜਿਹੜੀ ਫ੍ਰਿਕਸ਼ਨ ਹੈ ਉਸ ਤੋਂ ਹੀ ਅਸੀਂ ਅਵੋਇਡ ਕਰਦੇ ਹਾਂ। ਸੋ ਉਹਨਾਂ ਨੇ ਸਤਿਕਾਰਯੋਗ ਜੋ ਮੈਰੀ ਪਾਰਕਰ ਫੋਲੇਟ, ਉਹਨਾਂ ਨੇ ਇਹ ਕਿਹਾ ਸੀ ਕਿ ਅਸੀਂ ਇਸ ਫ੍ਰਿਕਸ਼ਨ ਨੂੰ ਇੱਕ ਓਪਰਚੁਨਿਟੀ ਵਜੋਂ ਲਈਏ, ਅਸੀਂ ਇਸ ਫ੍ਰਿਕਸ਼ਨ ਨੂੰ ਬਿਊਟੀਫੁਲੀ ਮੈਨੇਜ ਕਰੀਏ, ਅਸੀਂ ਇਸ ਫ੍ਰਿਕਸ਼ਨ ਦੇ ਵਿੱਚੋਂ ਦੋ ਜੋ ਡਿਫਰੈਂਟ ਓਪੀਨੀਅਨਸ ਹੈ ਉਹਨਾਂ ਨੂੰ, ਦੋ ਡਾਈਵਰਜਿੰਗ ਓਪੀਨੀਅਨਸ ਹੈ ਜੋ, ਉਹਨਾਂ ਨੂੰ ਅਸੀਂ ਕਨਵਰਜ ਕਰੀਏ, ਉਹਨਾਂ ਨੂੰ ਮਿਲਾ ਕੇ ਅਸੀਂ ਇੱਕ ਤੀਸਰਾ ਓਪੀਨੀਅਨ ਡਿਵੈਲਪ ਕਰੀਏ ਜਿਹੜਾ ਕਿ ਸਾਰਿਆਂ ਲਈ ਐਕਸੈਪਟੇਬਲ ਹੋ। ਸੋ ਮੈਨੂੰ ਉਹਨਾਂ ਦੀ ਗੱਲ ਬੜੀ ਅੱਛੀ ਲੱਗਦੀ ਹੁੰਦੀ ਹੈ ਤੇ ਕਨਫਲਿਕਟ ਰੈਜ਼ੋਲੂਸ਼ਨ ਦੀ ਬੈਸਟ ਅਪਰੋਚ ਮੈਂ ਸਮਝਦਾ ਉਹ ਮੈਰੀ ਪਾਰਕਰ ਫੋਲੇਟ ਨੇ ਦਿੱਤੀ ਹੈ। ਸੋ ਦੈਟ ਇਜ਼ ਵਾਈ ਸਾਨੂੰ ਵੀ ਇੱਥੇ ਸਮੇਂ ਦੀ ਸਰਕਾਰ ਨੂੰ ਮੈਰੀ ਪਾਰਕਰ ਫੋਲੇਟ ਦੀ ਅਪਰੋਚ ਨੂੰ ਫੋਲੋ ਕਰਨਾ ਚਾਹੀਦਾ ਹੈ। ਜੋ ਵੀ ਇਹ ਫ੍ਰਿਕਸ਼ਨ ਹੈ, ਜੋ ਵੀ ਟੈਨਸ਼ਨ ਹੈ ਇਸ ਵੇਲੇ, ਇਸ ਨੂੰ ਨੈਗੇਟਿਵਲੀ ਨਹੀਂ ਲੈਣਾ ਚਾਹੀਦਾ, ਇਸ ਨੂੰ ਪੋਜ਼ੀਟਿਵਲੀ ਲੈਣਾ ਚਾਹੀਦਾ, ਕਿਉਂਕਿ ਇਹ ਗਵਰਨਮੈਂਟ ਲਈ ਵੀ ਇੱਕ ਓਪਰਚੁਨਿਟੀ ਹੈ ਟੂ ਨੋ ਕਿ ਉਹਨਾਂ ਦੀ ਜੋ ਪੋਲਿਸੀ ਹੈ, ਉਹਨਾਂ ਦਾ ਜੋ ਡਿਸੀਜ਼ਨ ਹੈ, ਉਸ ਨੂੰ ਪਬਲਿਕ ਕਿਸ ਤਰ੍ਹਾਂ ਰਿਸੀਵ ਕਰ ਰਹੀ ਹੈ ਜਾਂ ਉਹਦੀ ਪ੍ਰਤੀ ਪਬਲਿਕ ਦੀ ਪਰਸੈਪਸ਼ਨ ਕੀ ਬਣਦੀ ਹੈ, ਤੇ ਉਸ ਚੀਜ਼ ਨੂੰ ਲੈ ਕੇ ਗਵਰਨਮੈਂਟ ਨੂੰ ਇਸ ਨੂੰ ਇੰਪਰੂਵ ਕਰ ਲੈਣਾ ਚਾਹੀਦਾ, ਮੇਰਾ ਖਿਆਲ ਆ। ਤੇ ਦੋਨਾਂ ਨੂੰ ਇਕੱਠੇ ਬੈਠ ਕੇ ਇੱਕ ਵਿਨ-ਵਿਨ ਸਿਚੁਏਸ਼ਨ ਡਿਵੈਲਪ ਕਰਨੀ ਚਾਹੀਦੀ ਹੈ। ਬੇਸ਼ੱਕ ਵਿੱਚ ਕੋਈ ਮੈਡੀਏਟਰ ਪਾ ਲੈਣੇ ਚਾਹੀਦੇ ਆ, ਅਗਰ ਸਿੱਧੀ ਗੱਲਬਾਤ ਹਜੇ ਆਪਾਂ ਨਹੀਂ ਕਰ ਸਕਦੇ ਤਾਂ ਬਹੁਤ ਸਾਰੇ ਸਾਡੇ ਕੰਟਰੀ ਦੇ ਵਿੱਚ ਬੁੱਧੀਜੀਵੀ ਲੋਕ ਬੈਠੇ ਆ, ਬਹੁਤ ਸਾਰੇ ਐਸੇ ਲੋਕ ਬੈਠੇ ਆ ਜਿਨ੍ਹਾਂ ਨੂੰ ਕਨਫਲਿਕਟ ਰੈਜ਼ੋਲੂਸ਼ਨ, ਕਨਫਲਿਕਟ ਮੈਨੇਜਮੈਂਟ ਬਹੁਤ ਅੱਛੀ ਕਰਨੀ ਆਉਂਦੀ ਹੈ। ਉਹਨਾਂ ਲੋਕਾਂ ਨੂੰ ਵਿੱਚ ਲੈ ਕੇ ਇਸ ਕਨਫਲਿਕਟ ਦਾ ਕੋਈ ਮਿਊਚੁਅਲੀ ਐਕਸੈਪਟੇਬਲ ਸੋਲਿਊਸ਼ਨ ਲੱਭਣਾ ਚਾਹੀਦਾ। ਸੋ ਇਹ ਇਸ ਵੇਲੇ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਦੂਸਰੀ ਚੀਜ਼ ਹੈ ਕਿ ਕਨਫਲਿਕਟ ਇੱਕ ਪਾਸੇ ਹੈ, ਇਹ ਜਿਹੜੀਆਂ ਫਾਰਮਰਸ ਦੀਆਂ ਮੰਗਾਂ ਹੈ ਜੇ 100% ਮੰਨ ਵੀ ਲਈਆਂ ਜਾਂਦੀਆਂ ਕਿ ਕ੍ਰਿਸ਼ੀ ਕਾਨੂੰਨਾਂ ਨੂੰ ਵਾਪਸ ਲਵੋ ਤੇ MSP ਕੰਟੀਨਿਊ ਰੱਖੋ, ਜੇ ਇਹਨਾਂ ਚੀਜ਼ਾਂ ਨੂੰ ਅਸੀਂ ਮੰਨ ਵੀ ਲੈਂਦੇ ਹਾਂ, ਫਿਰ ਵੀ ਸਾਨੂੰ ਇਨ ਦਾ ਲੌਂਗ ਰਨ ਫਾਰਮਰ ਨੂੰ ਇਸ ਤੋਂ ਬਿਯੋਂਡ ਵੀ ਜਾ ਕੇ ਦੇਖਣਾ ਪੈਣਾ ਹੈ, ਇਸ ਤੋਂ ਬਿਯੋਂਡ ਵੀ ਜਾ ਕੇ ਕੰਮ ਕਰਨਾ ਪੈਣਾ ਹੈ, ਕਿਉਂਕਿ ਸਮਾਂ ਜੋ ਹੈ ਅੱਜ ਇਸ ਦਿਸ਼ਾ ਦੇ ਵੱਲ ਵਹਿ ਰਿਹਾ ਹੈ ਕਿ ਬੇਸ਼ੱਕ ਕੁਝ ਵੀ ਕਾਰਨ ਹੋਣ ਉਸਦੇ, ਕਿ ਪੂਰਾ ਵਰਲਡ ਜੋ ਹੈ ਇੱਕ ਪਿੰਡ ਬਣ ਗਿਆ, ਛੋਟਾ ਪਿੰਡ ਬਣ ਗਿਆ। ਇਨਫੋਰਮੇਸ਼ਨ ਦਾ ਵਟਾਂਦਰਾ, ਐਕਸਚੇਂਜ ਆਫ ਇਨਫੋਰਮੇਸ਼ਨ ਬੜੀ ਤੇਜ਼ੀ ਨਾਲ ਹੁੰਦੀ ਹੈ। ਦੁਨੀਆ ਦੇ ਇੱਕ ਕੋਨੇ ਚੋਂ ਮੈਸੇਜ ਬੜੀ ਤੇਜ਼ੀ ਨਾਲ ਵਿਦਿਨ ਨੋ ਟਾਈਮ ਦੂਸਰੇ ਕੋਨੇ ਤੱਕ ਚਲਾ ਜਾਂਦਾ ਹੈ। ਸੋ ਇਸ ਸਮੇਂ ਦੇ ਵਿੱਚ ਜੋ ਹੈ ਯੂ ਕੈਨ ਸੇ ਸਾਨੂੰ ਆਪਣੇ ਆਪ ਨੂੰ ਸਟਰੈਂਥਨ ਵੀ ਕਰਨਾ ਪੈਣਾ। ਮੈਨੂੰ ਪਤਾ ਹੈ ਕਿ ਫਾਰਮਰ ਜਿਹੜੇ ਹੈ ਸਾਡੇ, ਜ਼ਿਆਦਾਤਰ ਫਾਰਮਰ ਸਾਡੇ ਮਾਰਜਨਲ ਫਾਰਮਰਸ ਹੈ, ਸਮਾਲ ਫਾਰਮਰਸ ਹੈ, 3, 4, 5 ਏਕੜ ਤੱਕ ਦੇ ਫਾਰਮਰਸ ਸਾਡੇ ਬਹੁਤ ਗਿਣਤੀ 'ਚ ਹੈਗੇ ਆ। ਸੋ ਦੈਟ ਇਜ਼ ਵਾਈ ਉਹਨਾਂ ਦੀ ਕਪੈਸਿਟੀ ਨਹੀਂ ਹੈ, ਸੋ ਇਸ ਵਾਸਤੇ ਉਹਨਾਂ ਨੂੰ ਦਿੱਕਤ ਆਉਂਦੀ ਹੈ ਸਮੇਂ ਦੇ ਹਾਣੀ ਬਣਨ ਦੇ ਵਿੱਚ। ਤਾਂ ਲੇਕਿਨ ਦੂਸਰੇ ਪਾਸੇ ਅਸੀਂ ਦੇਖ ਰਹੇ ਹਾਂ ਕਿ ਬੜੇ ਲੰਬੇ ਸਮੇਂ ਤੋਂ ਇੱਕ ਇਹ ਟਸਲ ਚੱਲ ਰਹੀ ਹੈ, ਗਵਰਨਮੈਂਟ ਵਾਂਟਸ ਟੂ ਵਿਦਡਰਾ, ਗਵਰਨਮੈਂਟਸ ਵਾਂਟ ਟੂ ਵਿਦਡਰਾ, ਐਂਡ ਜੋ ਸਾਡੇ ਫਾਰਮਰਸ ਹੈ, ਜੋ ਫਾਰਮਿੰਗ ਆਰਗੇਨਾਈਜੇਸ਼ਨ ਹੈ, ਉਹ ਗਵਰਨਮੈਂਟ ਨੂੰ ਹਮੇਸ਼ਾ ਪ੍ਰੈਸ਼ਰਾਈਜ਼ ਕਰਦੀਆਂ ਕਿ ਗਵਰਨਮੈਂਟ ਵਿਦਡਰਾ ਨਾ ਕਰੇ। ਸੋ ਇਹ ਟਸਲ ਬੜੀ ਲੰਬੀ ਚੱਲੀ ਆ ਰਹੀ ਹੈ। ਤੋ ਇਹਦੇ ਵਿੱਚ ਕੀ ਹੈ ਕਿ ਇੱਕ ਇੰਚ, ਇੱਕ ਸੈਂਟੀਮੀਟਰ ਕਰਕੇ ਫਾਰਮਰ ਨੂੰ ਥੋੜਾ ਪਿੱਛੇ ਪੁਸ਼ ਕੀਤਾ ਜਾ ਰਿਹਾ ਹੈ। ਤੇ ਇਸ ਵੇਲੇ ਫਾਰਮਰ ਇੱਕ ਵੱਡੀ ਤਾਕਤ ਬਣ ਕੇ ਰੈਜ਼ਿਸਟ ਕਰਨ ਲਈ ਖੜਾ ਹੈ। ਦੇਖਦੇ ਹਾਂ, ਇਹਦਾ ਰੱਬ ਕਰੇ ਇਹਦਾ
पॉजिटिव सोल्यूशन निकले। फार्मर जो अपनी एक्सपैक्टेशनस लैके बड़ी कष्ट कठिन हालातों के विच उत्थे बैठे है, तो उन्हों का जो है उन्हों दी एक्सपैक्टेशनस, उन्हों दी डिमांड्स, उन्हों दी उम्मीदां ते नूं बूर पवे, पूरियां होण। बट जिस तरह मैं गल करदा कि जरूरत है इस तो बियॉन्ड सोचण दी, जरूरत है लंबे समय दे विच असीं की कर सकते हैं, की सानूं करना चाहिए, उस डायरैक्शन तो भी सानूं सोचण दी अज लोड़ बनदी है। सो वन थिंग इज दैट कि अज असीं कारपोरेटाइजेशन दे नूं लैके अज साडे फार्मर जिहड़े है वो अपनी फाइट कर रहे हैं, अपना अंदोलन कर रहे हैं और बड़े मुश्किल हालतों के विच डटे हुए है पूरी तरह। ये एक पासे मैं देख रहा हाँ, ते दूसरी तरफ मैं ये भी जो है सोच रहा हूँ कि मान लो अज ये तीनों जिहड़े खेती कानून है ये गवर्नमेंट रिपील कर लेंदी है, तो ये नाल ठीक है साडा स्टेटस को बने रहूगा, जिवें पहला चल रहा है असीं उस हालत विच आ जावांगे। पर नहीं, उस हालत विच रह के फार्मर का गुजारा नहीं हो रहा, सानूं उस तो अगे वधना पऊगा। उहदे वास्ते जिवें मैं पहला भी बेनती कीती सी कि सानूं कोआपरेटिव्स नूं प्रमोट करन दी लोड़ है। कोआपरेटिव्स पिंड पद्धर ते हो सकदियां, कोआपरेटिव्स ब्लॉक पद्धर ते हो सकदियां, कोआपरेटिव डिस्ट्रिक्ट पद्धर ते हो सकदियां, कोआपरेटिव स्टेट पद्धर ते हो सकदी है। भावें गवर्नमेंट की कोआपरेटिव है मार्कफेड अगर असीं गल करिए तो, लेकिन मार्कफेड की डायरैक्शन कुछ डिफरेंट है। अज के समय की लोड़ मुताबिक जो मैं कोआपरेटिव की गल करदा कि कुछ ऐसियां कोआपरेटिव्स होण जो फार्मर्स के प्रोड्यूस में पिक करन, फार्मर्स नूं उचित उन्हां दा रेमूनरेशन देण, उन्हां दे प्रोड्यूस में पिक करन, उन्हां दी रॉ प्रोड्यूस में पिक करके उन्हां दी प्रोसैसिंग करन, उन्हां दी प्रोसैसिंग करके उसनूं एक्सपोर्ट करन जां उसनूं डोमैसटिक मार्केट दे विच उसनूं सेल करन, जां वो जिहड़ियां कोआपरेटिव्स है वो सॉर्ट ऑफ द कोल्ड स्टोर चेन उत्थे डिवेलप होवे जां वेयर हाउसिस डिवेलप होण जिथे कि जिहड़े फार्मर कैपेसिटी रखते हैं वो अपनी प्रोड्यूस में स्टोर करके रख सकते हैं, ताकि वो आने वाले समय दे विच जदों बाजार विच उन्हां नूं ठीक रेट मिले उस वेले उन्होंने सैल आउट कर देन। ते छोटे जिहड़े फार्मर्स है उन्हां दी सपोर्ट लई कोआपरेटिव्स आ सकदियां जां ओवरऑल कोआपरेट जो कोआपरेटिव्स हैगियां वो आ सकदियां। जे असीं इस तरह कोआपरेटिव का रस्ता फड़ांगे तां फिर असीं अगर कोई कॉरपोरेट हाउस इस फील्ड के विच एंटर हुंदा ते जिहड़ी साडी कोआपरेटिव है वो उस कॉरपोरेट नूं कंपीट कर सकूगी ते फार्मर नूं ज़्यादा बेनीफिट आ सकूगी। इसका बेनीफिट की होगा कोआपरेटिव का? पहली गल यह है कि जे इस तरह की कोआपरेटिव बनती है फार्मर नूं वाजब जो उसकी फसल की कीमत दे के कोआपरेटिव उन्हां तो परचेज करूगी, कोआपरेटिव प्रोसैसिंग करूगी, उन्हां की मार्केटिंग करूगी, एक्सपोर्ट करूगी, जो भी करूगी। और इन्हां सारियां चीज़ां के जो ऑपरेशंस के खर्चे पिछों माइनस करके जो भी बाद विच प्रॉफिट बचूगा उसका कुछ परसेंट रिजर्व दे विच रख के बाकी का जिहड़ा प्रॉफिट है वो फिर मैंबर्स के विच डिस्ट्रीब्यूट हो जाएगा, किसानों के विच डिस्ट्रीब्यूट हो जाएगा। सो इस तरीके दे नाल असीं किसान की जिहड़ी आमदन है उसनूं असीं वधा सकते हैं। हुण इत्थे क्वेश्चन जो अराइज होंदा है वो ये होंदा है कि इन्नी वड्डी कोआपरेटिव जां इस तरह दीयां कोआपरेटिव्स के वास्ते उद्यम कौन कर सकदा? बेसिकली मैं इसके उत्ते काफ़ी वर्क किया सी। मेरा ख्याल है 1999 तो मैं ये वर्क किया। ये आइडिया मैनू 1988 के विच मेरे दिमाग में आया सी, उदों का आइडिया बन रहा है। लेकिन 1999 के विच मैं ये कुछ स्टडी की,
कुछ कोशिश की थी, लेकिन मैं इकल्ला सी, मेरे जो फाइनेंशियल कैपेसिटी सी दैट वाज नॉट यू कैन से ਸੈਟਿਸਫੈਕਟਰੀ ਨਹੀਂ ਸੀ ਉਹਦੇ ਵਾਸਤੇ। ਸੋ ਮੈਂ ਅੱਗੇ ਨਹੀਂ ਵੱਧ ਸਕਿਆ, ਲੇਕਿਨ ਮੈਨੂੰ ਆਈਡੀਆ ਜ਼ਰੂਰ ਬਹੁਤ ਅੱਛਾ ਲੱਗਦਾ। ਮੈਂ ਇਸ ਆਈਡੀਏ ਨੂੰ ਲੈ ਕੇ ਅੱਜ ਵੀ ਬੈਠਾ ਹੋਇਆ, ਸੰਭਾਲਿਆ ਹੋਇਆ ਮੈਂ ਇਹ ਆਈਡੀਆ। ਤਾਂ ਸੋ ਜਿੱਦਾਂ ਹੁਣ ਅਸੀਂ ਦੇਖ ਰਹੇ ਹਾਂ ਬਹੁਤ ਵੱਡੀਆਂ ਆਰਗੇਨਾਈਜੇਸ਼ਨਸ ਆ ਰਹੀਆਂ, ਜਿਸ ਤਰ੍ਹਾਂ ਇੱਕ ਓਬਰਾਏ ਸਾਹਿਬ ਦੀ ਹੈ, आई थिंक ਸਰਬੱਤ ਦਾ ਭਲਾ ਆਰਗੇਨਾਈਜੇਸ਼ਨ ਹੈ, ਬਹੁਤ ਅੱਛਾ ਕੰਮ ਕਰ ਰਹੀ ਹੈ ਉਹ। ਸਮਰੱਥ ਆਰਗੇਨਾਈਜੇਸ਼ਨ ਹੈ। ਇਸੇ ਤਰ੍ਹਾਂ ਖਾਲਸਾ ਏਡ ਹੈ, ਸਰਦਾਰ ਰਵੀ ਸਿੰਘ ਜੀ ਹੋਰਾਂ ਦੀ, ਉਹ ਵੀ, ਉਹ ਤਾਂ ਖੈਰ ਪੂਰੇ ਵਰਲਡ ਦੇ ਵਿੱਚ ਫੇਮਸ ਆਰਗੇਨਾਈਜੇਸ਼ਨ ਹੈ, ਉਹ ਬਹੁਤ ਵੱਡੀ ਸਮਰੱਥ ਆਰਗੇਨਾਈਜੇਸ਼ਨ ਹੈ। ਸੋ ਅਜਿਹੀਆਂ ਆਰਗੇਨਾਈਜੇਸ਼ਨ ਮੈਨੂੰ ਪਤਾ ਹੈ ਭਾਵੇਂ ਉਹ ਯੂ ਕੈਨ ਸੇ ਇੱਕ ਤਰ੍ਹਾਂ ਦੀ ਸੋਸ਼ਲ ਸਰਵਿਸ ਦੇ ਵਾਸਤੇ ਆਰਗੇਨਾਈਜੇਸ਼ਨਸ ਬਣੀਆਂ, ਲੇਕਿਨ ਇਸ ਚੀਜ਼ ਨੂੰ ਵੀ ਅਸੀਂ ਇੱਕ ਸੋਸ਼ਲ ਸਰਵਿਸ ਮੰਨ ਕੇ ਤੇ ਨੋ ਪ੍ਰੋਫਿਟ ਨੋ ਲਾਸ ਬੇਸਿਸ ਦੇ ਉੱਤੇ ਅਗਰ ਉੱਦਾਂ ਦੀਆਂ ਆਰਗੇਨਾਈਜੇਸ਼ਨਸ ਮਾਰਕੀਟ ਵਿੱਚ ਆਉਂਦੀਆਂ, ਅਗਰ ਉੱਦਾਂ ਦੀਆਂ ਆਰਗੇਨਾਈਜੇਸ਼ਨਸ ਇਹ ਕੰਮ ਕਰਦੀਆਂ, ਤਾਂ ਮੇਰਾ ਖਿਆਲ ਹੈ ਉਹਦੇ ਨਾਲ ਅਸੀਂ ਕਾਫੀ ਕਿਸਾਨੀ ਦੀ ਹੈਲਪ ਕਰ ਸਕਦੇ ਹਾਂ। ਜਿਹੜੇ ਕਿਸਾਨ ਅੱਜ ਕਰਜ਼ੇ ਦੀ ਮਾਰ ਥੱਲੇ ਦੱਬੇ ਹੋਏ, ਸੁਸਾਈਡ ਦੇ ਰਸਤੇ ਉੱਤੇ ਤੁਰੇ ਹੋਏ ਹੈ, ਜਾਂ ਜਿਹੜੇ ਕਿਸਾਨ ਅੱਜ ਆਪਣੇ ਖੇਤਾਂ ਦੇ ਵਿੱਚੋਂ ਐਗਜ਼ਿਟ ਹੋ ਰਹੇ ਆ, ਮਜਬੂਰੀ ਬਸ ਉਹਨਾਂ ਨੂੰ ਆਪਣੀਆਂ ਜ਼ਮੀਨਾਂ ਵੇਚਣੀਆਂ ਪੈ ਰਹੀਆਂ, ਜਾਂ ਅਸੀਂ ਹੋਰ ਜੋ ਕਿਸਾਨਾਂ ਦੇ ਪਰਿਵਾਰਾਂ ਦੀ ਅਸੀਂ ਦੁਰਦਸ਼ਾ ਦੇਖਦੇ ਹਾਂ, ਜੇ ਅਸੀਂ ਉਹਨਾਂ ਚੀਜ਼ਾਂ ਤੋਂ ਕਿਸਾਨਾਂ ਨੂੰ ਸੱਚੀ ਬਾਹਰ ਕੱਢਣਾ, ਤਾਂ ਮੈਨੂੰ ਲੱਗਦਾ ਸਾਨੂੰ ਇਸ ਰੂਪ ਦੇ ਵਿੱਚ ਸਾਨੂੰ ਕਿਸਾਨਾਂ ਦੀ ਬਾਂਹ ਫੜਨੀ ਪਊਗੀ। ਕਿਉਂਕਿ ਜੋ ਗਵਰਨਮੈਂਟਸ ਹੈ, ਗਵਰਨਮੈਂਟਸ ਦਾ ਟਰੂਲੀ ਇਹ ਹੈਗਾ ਕਿ ਗਵਰਨਮੈਂਟਸ ਆਰ ਨਾਟ ਏਬਲ ਟੂ ਬੀਅਰ ਮੋਰ ਬਰਡਨ। ਅਸੀਂ ਭਾਵੇਂ ਅਸੀਂ ਬਹੁਤ ਸਾਲਾਂ ਦੀ ਗੱਲ ਕਰ ਰਹੇ ਹਾਂ ਕਿ ਗਵਰਨਮੈਂਟ ਇਹ ਕਰੇ, ਗਵਰਨਮੈਂਟ ਉਹ ਕਰੇ, ਗਵਰਨਮੈਂਟ ਆ ਕਰੇ, ਬਟ ਨੋ, ਗਵਰਨਮੈਂਟ ਦੀ ਐਗਰੀਕਲਚਰ ਪ੍ਰੈਫਰੈਂਸ ਵੀ ਨਹੀਂ ਬਣ ਰਹੀ ਤੇ ਗਵਰਨਮੈਂਟ ਇਹ ਬਰਡਨ ਬੀਅਰ ਵੀ ਨਹੀਂ ਕਰੂਗੀ। ਜੇ ਅਸੀਂ ਇਸ ਤਰ੍ਹਾਂ ਦਾ ਕੋਆਪਰੇਟਿਵ ਕਲਚਰ ਪ੍ਰਮੋਟ ਕਰਦੇ ਹਾਂ, ਉਹਦੇ ਨਾਲ ਫਾਰਮਰ ਨੂੰ ਇੱਕ ਸਿਕਿਉਰਿਟੀ ਵੀ ਮਿਲਦੀ ਹੈ, ਫਾਰਮਰ ਨੂੰ ਆਪਣੇ ਪ੍ਰੋਡਿਊਸ ਦਾ ਰੈਮੂਨਰੇਟਿਵ ਪ੍ਰਾਈਸ ਵੀ ਮਿਲਦਾ, ਫਾਰਮਰ ਦੀ ਇਨਕਮ ਵੀ ਇਨਹਾਂਸ ਹੁੰਦੀ ਹੈ, ਤੇ ਉਹ ਕੋਆਪਰੇਟਿਵ ਕਲਚਰ ਜਦੋਂ ਡਿਵੈਲਪ ਹੋਊਗਾ, ਜਦੋਂ ਇੱਥੇ ਰਾ ਪ੍ਰੋਡਿਊਸ ਨੂੰ ਅਸੀਂ ਫਿਨਿਸ਼ਡ ਪ੍ਰੋਡਕਟ ਦੇ ਵਿੱਚ ਕਨਵਰਟ ਕਰਾਂਗੇ, ਉਹਦੀ ਪ੍ਰੋਸੈਸਿੰਗ ਕਰਾਂਗੇ, ਤਾਂ ਉਸ ਵੇਲੇ ਬਹੁਤ ਸਾਰੀ ਯੂਥ ਨੂੰ ਇੱਥੇ ਇੰਪਲੋਇਮੈਂਟ ਵੀ ਮਿਲੂਗੀ। ਤਾਂ ਇਸ ਤਰੀਕੇ ਦੇ ਨਾਲ ਜਿਹੜਾ ਪੰਜਾਬ ਹੈ, ਇਸ ਨੂੰ ਅਸੀਂ ਹੋਰ ਉੱਪਰ ਚੁੱਕ ਸਕਦੇ ਹਾਂ, ਜਾਂ ਭਾਰਤ ਦੀਆਂ ਦੂਸਰੀਆਂ ਸਟੇਟਸ ਨੂੰ ਅਸੀਂ ਹੋਰ ਉੱਪਰ ਚੁੱਕ ਸਕਦੇ ਹਾਂ। ਇਸ ਤਰ੍ਹਾਂ ਦੇ ਉਦਮ ਦੀ ਲੋੜ ਹੈ। ਇੱਕ ਤਾਂ ਮੇਰਾ ਇਹ ਸੁਜੈਸ਼ਨ ਸੀਗਾ। ਦੂਸਰਾ, ਚਲੋ ਮੰਨ ਲਓ ਇੱਦਾਂ ਦੀਆਂ ਆਰਗੇਨਾਈਜੇਸ਼ਨਸ ਹੈ ਜੋ ਅੱਗੇ ਨਹੀਂ ਆ ਰਹੀਆਂ, ਜਾਂ ਉਹਨਾਂ ਦੀਆਂ ਕੁਛ ਆਪਣੇ ਕੌਂਸਟੀਟਿਊਸ਼ਨ ਦੀਆਂ ਮਜਬੂਰੀਆਂ ਹੋ ਸਕਦੀਆਂ, ਜੋ ਆਰਗੇਨਾਈਜੇਸ਼ਨਸ ਦਾ ਇੱਕ ਆਪਣਾ ਸੰਵਿਧਾਨ ਹੁੰਦਾ, ਉਹਦੀਆਂ ਮਜਬੂਰੀਆਂ ਹੋ ਸਕਦੀਆਂ, ਜਾਂ ਹੋ ਸਕਦਾ ਉਹਨਾਂ ਦੇ ਏਜੰਡਾ ਦੇ ਵਿੱਚ ਇਹ ਗੱਲ ਠੀਕ ਨਹੀਂ ਬੈਠਦੀ, ਤਾਂ ਦੈਨ ਫਿਰ ਜੋ ਦੂਸਰਾ ਮਾਡਲ ਮੇਰੇ ਮਾਈਂਡ ਵਿੱਚ ਹੈ, ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਕਿਸਾਨ ਭਰਾਵੋ, ਕਿ ਜਿਵੇਂ ਅਗਰ ਅਸੀਂ ਕਰੀਬ 10,000 ਏਕੜ ਦਾ ਇੱਕ ਯੂਨਿਟ ਬਣਾ ਲੈਂਦੇ ਹਾਂ, ਉਸ 10,000 ਏਕੜ ਦਾ ਇੱਕ ਯੂਨਿਟ ਬਣਾ ਕੇ ਅਗਰ ਅਸੀਂ ਉੱਥੇ ਪਰ ਏਕੜ ਮੰਨ ਲਓ ਫਾਰਮਰ ਨੂੰ 1,000 ਰੁਪਇਆ ਜਾਂ 2,000 ਰੁਪਇਆ ਅਸੀਂ ਕੰਟਰੀਬਿਊਸ਼ਨ ਕਰਵਾਉਂਦੇ ਹਾਂ, ਉਹਦੇ ਨਾਲ ਜਿਹੜਾ ਫੰਡ ਇਕੱਠਾ ਹੋਊਗਾ, ਉਸ ਦੇ ਨਾਲ ਇੱਕ ਅਸੀਂ ਛੋਟਾ ਪ੍ਰੋਸੈਸਿੰਗ ਯੂਨਿਟ ਲਗਾ ਸਕਦੇ ਹਾਂ। ਉੱਥੇ ਅਸੀਂ ਰਾਈਸ ਸ਼ੈਲਿੰਗ ਪਲਾਂਟ ਲਾ ਸਕਦੇ ਹਾਂ, ਫਲੋਰ ਮਿਲ ਲਾ ਸਕਦੇ ਹਾਂ, ਜਾਂ ਉੱਥੇ ਅਸੀਂ ਜੋ ਹੈ ਆਪਣਾ ਇਹ ਯੂ ਕੈਨ ਸੇ ਕਾਟਨ ਜਿਨਿੰਗ ਯੂਨਿਟ ਲਗਾ ਸਕਦੇ ਹਾਂ, ਇਸ ਤਰ੍ਹਾਂ ਦਾ ਹੋ ਸਕਦਾ ਹੈ। ਜਾਂ ਉੱਥੇ ਅਸੀਂ ਕੈਟਲ ਫੀਡ ਦਾ ਇੱਕ ਯੂਨਿਟ ਲਾ ਸਕਦੇ ਹਾਂ। ਇਸ ਤਰ੍ਹਾਂ ਦੇ ਛੋਟੇ ਛੋਟੇ ਯੂਨਿਟ ਲੱਗ ਸਕਦੇ ਆ, ਤੇ ਉਹਦੇ ਨਾਲ ਕੀ ਹੋਊਗਾ ਕਿ ਜਿਹੜੇ ਸਾਡੇ ਪਿੰਡ ਹੈ, ਉਹ ਛੋਟੇ ਛੋਟੇ ਇੰਡਸਟਰੀਅਲ ਸੈਂਟਰ ਬਣ ਜਾਣਗੇ। ਤੇ ਜਦੋਂ ਸਾਡੇ ਪਿੰਡ ਇੰਡਸਟਰੀਅਲ ਸੈਂਟਰ ਬਣਨਗੇ, ਪਿੰਡ ਇਕਨੋਮਿਕ ਐਕਟੀਵਿਟੀ ਦਾ ਇੱਕ ਯੂ ਕੈਨ ਸੇ ਇੱਕ ਹੱਬ ਬਣ ਜਾਣਗੇ ਪਿੰਡ, ਤੇ ਇਕਨੋਮਿਕ ਐਕਟੀਵਿਟੀ ਦਾ ਇੱਕ ਧੁਰਾ ਬਣ ਜਾਣਗੇ। ਉਹਦੇ ਨਾਲ ਕੀ ਹੋਊਗਾ ਕਿ ਜਿਹੜੇ ਬਾਇਰਸ ਹੈ, ਜਿਹੜੇ ਟ੍ਰੇਡਰਸ ਹੈ, ਉਹ ਸਾਡੇ ਪਿੰਡਾਂ ਤੱਕ ਪਹੁੰਚਣਗੇ, ਤੇ ਜਦੋਂ ਸਾਡੇ ਪਿੰਡਾਂ ਤੱਕ ਪਹੁੰਚਣਗੇ, ਉਸ ਦੇ ਨਾਲ
ऑब्वियसली जो पिंडां का जिहड़ा इंफ्रास्ट्रक्चर है वो भी डिवेलप होएगा, फार्मर ਨੂੰ उस कोऑपरेटिव का प्रॉफिट भी मिलेगा, प्राइस का प्रोड्यूस का रेमोनरेटिव प्राइस भी मिलेगा। ਤੇ ਉਹ 10,000 ਏਕੜ ਦੀ ਲੈਂਡ ਦੇ ਵਿੱਚ ਜਿਹੜੇ ਪਿੰਡ ਆ ਗਏ 1 2 4 ਉਹਨਾਂ ਪਿੰਡਾਂ ਦੀ ਯੂਥ ਨੂੰ ਉੱਥੇ ਇੰਪਲੋਇਮੈਂਟ ਵੀ ਮਿਲੂਗੀ ਤੇ ਜਿਹੜੀ ਅਨਸਕਿਲਡ ਪਾਪੂਲੇਸ਼ਨ ਹੈ ਉਹਨਾਂ ਪਿੰਡਾਂ ਦੀ ਉਹਨਾਂ ਨੂੰ ਉੱਥੇ ਲੇਬਰ ਵੀ ਮਿਲੂਗੀ ਤੇ ਉਹਦੇ ਨਾਲ ਜਿਹੜੀ ਹੈ ਸਾਡੀ ਕ੍ਰੌਪ ਦੀ ਡਾਇਵਰਸੀਫਿਕੇਸ਼ਨ ਵੀ ਹੋਊਗੀ ਤੇ ਸਾਡੀਆਂ ਜ਼ਮੀਨਾਂ ਸਾਡੇ ਪਾਣੀ ਉਹਨਾਂ ਨੂੰ ਅਸੀਂ ਬਚਾ ਵੀ ਸਕਦੇ ਹਾਂ ਤੇ ਉਹਦੇ ਨਾਲ ਜਿਹੜਾ ਹੈ ਪਿੰਡਾਂ ਨੂੰ ਅਸੀਂ ਇੱਕ ਸ਼ਹਿਰਾਂ ਦੀ ਨੁਹਾਰ ਦੇ ਸਕਦੇ ਹਾਂ। ਸੋ ਮੈਨੂੰ ਲੱਗਦਾ ਕਿ ਇਹ ਇੱਕ ਦੂਸਰਾ ਜੋ ਹੈ ਮਾਡਲ ਹੋ ਸਕਦਾ ਹੈ। ਇਸ ਚੀਜ਼ ਨੂੰ ਕੋਈ ਐਸੀ ਗੱਲ ਨਹੀਂ, ਬਹੁਤ ਵੱਡੇ ਇੰਟਲੈਕਚੁਅਲ ਬੈਠੇ ਆ ਅੱਜ ਤਾਂ ਫਾਰਮਰ ਵੀ ਚੰਗੇ ਉਦਮੀ ਫਾਰਮਰ ਬੈਠੇ ਆ, ਉਹ ਬਹੁਤ ਸੂਝਵਾਨ ਲੋਕ ਹੈ। ਸੋ ਉਹ ਵੀ ਇਸ ਯੂ ਕੈਨ ਸੇ ਡਾਇਰੈਕਸ਼ਨ ਦੇ ਵਿੱਚ ਵਰਕ ਕਰ ਸਕਦੇ ਆ। ਸੋ ਮੈਨੂੰ ਲੱਗਦਾ ਹੈ ਕਿ ਇਹ ਚੀਜ਼ਾਂ ਦੇ ਵੱਲ ਸਾਨੂੰ ਧਿਆਨ ਦੇਣਾ ਪਊਗਾ। ਜਾਂ ਫਿਰ ਅਗਲੀ ਗੱਲ ਹੈ ਕਿ ਜਿਸ ਤਰ੍ਹਾਂ ਕੋਈ ਵੀ ਵੱਡੀ ਆਰਗੇਨਾਈਜੇਸ਼ਨ, ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਹੈ ਕਿ ਸਰਬੱਤ ਦਾ ਭਲਾ ਉਪਰਾਏ ਸਾਹਿਬ ਦੀ ਆਰਗੇਨਾਈਜੇਸ਼ਨ ਹੈ, ਜਾਂ ਸਰਦਾਰ ਰਵੀ ਸਿੰਘ ਜੀ ਦੀ ਜੋ ਖਾਲਸਾ ਏਡ ਹੈ, ਇੱਦਾਂ ਦੀਆਂ ਆਰਗੇਨਾਈਜੇਸ਼ਨ 'ਚ ਅੱਗੇ ਆ ਕੇ ਜੇ ਚਾਹੇ ਨੋ ਪ੍ਰੋਫਿਟ ਨੋ ਲਾਸ ਦੇ ਕੰਮ ਕਰਨ, ਬੇਸ਼ੱਕ ਥੋੜ੍ਹੀ ਬਹੁਤੀ ਫਾਰਮਰ ਤੋਂ ਫੀਸ ਵੀ ਚਾਰਜ ਕਰ ਲੈਣ, ਜੇ ਉਹ ਐਗਰੀਕਲਚਰ ਸਾਇੰਟਿਸਟਸ ਨੂੰ ਰਿਕਰੂਟ ਕਰਕੇ ਤੇ ਜੇ ਫਾਰਮਰ ਦੀ ਹਾਰਵੈਸਟਿੰਗ ਤੋਂ ਪਹਿਲਾਂ ਤੋਂ ਲੈ ਕੇ ਪੋਸਟ ਹਾਰਵੈਸਟਿੰਗ ਤੱਕ ਐਂਟਾਇਰ ਕ੍ਰੌਪ ਕੇਅਰ ਐਂਡ ਫਾਰਮਰਸ ਦੇ ਅਕਾਊਂਟ ਮੇਨਟੇਨ ਕਰਨ ਐਂਡ ਇਹਨਾਂ ਸਾਰੀਆਂ ਚੀਜ਼ਾਂ ਦੀ ਅਗਰ ਉਹ ਜ਼ਿੰਮੇਵਾਰੀ ਲੈਂਦੀਆਂ ਹੈ ਤਾਂ ਜੇ ਇਸ ਤਰ੍ਹਾਂ ਦਾ ਕਰ ਸਕਦੇ ਹਾਂ, ਭਾਵੇਂ ਨੋ ਪ੍ਰੋਫਿਟ ਨੋ ਲਾਸ ਦੇ ਕੰਮ ਹੋ ਜਾਵੇ ਉਹ, ਉਹਦੇ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਅਸੀਂ ਸਾਡੀ ਸਟੇਟ ਦੇ ਵਿੱਚੋਂ ਜਾਂ ਹਰ ਇੱਕ ਸਟੇਟ ਜੋ ਹੈ ਆਪਣੇ ਆਪਣੇ ਵਿੱਚੋਂ ਆਪਣੇ ਜੋ ਐਗਰੀਕਲਚਰ ਗ੍ਰੈਜੂਏਟ ਜਾਂ ਪੋਸਟ ਗ੍ਰੈਜੂਏਟਸ ਐਗਰੀਕਲਚਰ ਸਾਇੰਟਿਸਟ ਹੈ ਉਹਨਾਂ ਨੂੰ ਇੰਪਲੋਇਮੈਂਟ ਵੀ ਜਨਰੇਟ ਕਰਕੇ ਦੇਊਗੀ, ਉਹਨਾਂ ਦੇ ਨਾਲ ਸੈਕੰਡਰੀ ਇੰਪਲੋਇਮੈਂਟ ਵੀ ਹੋਊਗੀ, ਉਹਨਾਂ ਦੇ ਨਾਲ ਲੇਬਰ ਦਾ ਵੀ ਸਕੋਪ ਵਧੇਗਾ, ਉਹਨਾਂ ਦੇ ਨਾਲ ਫਾਰਮਰ ਦੇ ਜਿਹੜੇ ਅਕਾਊਂਟ ਮੇਨਟੇਨ ਕਰਨ ਦਾ ਜਿਹੜਾ ਹੈ ਉਹ ਵੀ ਇੱਕ ਪ੍ਰੈਕਟਿਸ ਡਿਵੈਲਪ ਹੋਊਗੀ ਤੇ ਉਹਦੇ ਨਾਲ ਜਿੰਨਾ ਕੁ ਫਾਰਮਰ ਤੋਂ ਮੰਨ ਲਓ ਜੇ ਕੁਝ ਫੀਸ ਵੀ ਚਾਰਜ ਕਰਦੀਆਂ ਹੈ ਆਰਗੇਨਾਈਜੇਸ਼ਨ ਤਾਂ ਉਹਨਾਂ ਕੁ ਮਤਲਬ ਇਨਪੁਟ ਦੀ ਫਾਰਮ ਦੇ ਵਿੱਚ ਫਾਰਮਰਸ ਦੀ ਉਹ ਸੇਵਿੰਗ ਕਰਕੇ ਦੇ ਸਕਦੀਆਂ ਫਾਰਮਰ ਨੂੰ। ਤਾਂ ਸੋ ਦੈਟ ਇਜ਼ ਵਾਈ ਇਸ ਤਰ੍ਹਾਂ ਦਾ ਕੰਮ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਹ ਆਰਗੇਨਾਈਜੇਸ਼ਨ ਐਸਟੈਬਲਿਸ਼ ਹੋ ਜਾਂਦੀ ਹੈ ਫਿਰ ਉਹੀ ਆਰਗੇਨਾਈਜੇਸ਼ਨ ਬਾਅਦ ਵਿੱਚ ਯੂ ਕੈਨ ਸੇ ਫਾਰਮਰ ਦਾ ਪ੍ਰੋਡਿਊਸ ਪਰਚੇਸ ਵੀ ਕਰ ਸਕਦੀ ਹੈ, ਫਾਰਮਰ ਦਾ ਪ੍ਰੋਡਿਊਸ ਪਰਚੇਸ ਕਰਕੇ ਉਸ ਨੂੰ ਡਾਇਰੈਕਟ ਸੈਲ ਵੀ ਕਰ ਸਕਦੀ ਆ ਅੱਗੇ, ਜਾਂ ਫਾਰਮਰ ਦੇ ਪ੍ਰੋਡਿਊਸ ਨੂੰ ਪਰਚੇਸ ਕਰਕੇ ਉਸਦੀ ਪ੍ਰੋਸੈਸਿੰਗ ਕਰਕੇ ਉਸਨੂੰ ਫਰਦਰ ਐਕਸਪੋਰਟ ਵਾਲੇ ਪਾਸੇ ਵੀ ਲੈ ਕੇ ਜਾ ਸਕਦੇ ਆ। ਔਰ ਕੱਲ ਨੂੰ ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਐਗਰੀਕਲਚਰ ਨੂੰ ਪੂਰਾ ਇੱਕ ਇੰਡੀਪੈਂਡੈਂਟਲੀ ਇੱਕ ਪੂਰਾ ਸੈਕਟਰ ਬਣਾ ਕੇ ਤੇ ਆਪਣੇ ਆਪ ਦੇ ਵਿੱਚ ਇਸ ਨੂੰ ਡਿਵੈਲਪ ਕੀਤਾ ਜਾ ਸਕਦਾ ਹੈਗਾ। ਸੋ ਬੇਸਿਕਲੀ ਅੱਜ ਦੇ ਸਮੇਂ 'ਚ ਲੋੜ ਹੈ ਸਿਰ ਜੋੜ ਕੇ ਬੈਠਣ ਦੀ, ਜਿੰਨੇ ਵੀ ਇੰਟਲੈਕਚੁਅਲ ਹੈ, ਜਿੰਨੇ ਵੀ ਐਗਰੀਕਲਚਰ ਸਾਇੰਟਿਸਟ ਹੈ, ਜਿੰਨੇ ਵੀ ਸਮਰੱਥ ਲੋਕ ਹੈ, ਚਾਹੇ ਕੋਈ ਫਾਈਨੈਂਸ਼ੀਅਲੀ ਸਮਰੱਥ ਹੈ, ਚਾਹੇ ਕੋਈ ਬੁੱਧੀ ਦੇ ਪੱਖ ਤੋਂ ਸਮਰੱਥ ਹੈ, ਉਹਨਾਂ ਸਾਰੇ ਲੋਕਾਂ ਨੂੰ ਅੱਜ ਮਿਲ ਬੈਠ ਕੇ ਇਕੱਠੇ ਹੋ ਕੇ ਤੇ ਇਸ ਦਾ ਕੋਈ ਸੋਲਿਊਸ਼ਨ ਵਾਲੇ ਪਾਸੇ ਤੁਰਨਾ ਚਾਹੀਦਾ, ਕਿਉਂਕਿ ਅੱਜ ਅਸੀਂ ਐਗਰੀਕਲਚਰ ਦੇ ਜਿਹੜੇ 3 ਕਾਨੂੰਨ ਹੈ ਉਹਨਾਂ ਨੂੰ ਅਸੀਂ ਅੱਜ ਰਿਪੀਲ ਵੀ ਕਰਵਾ ਲਾਂਗੇ, MSP ਵੀ ਅਸੀਂ ਬਰਕਰਾਰ ਰੱਖ ਲਾਂਗੇ, ਲੇਕਿਨ ਉਹਦੇ ਨਾਲ ਵੀ ਜਿਹੜਾ ਫਾਰਮਰ ਹੈ ਉਹ ਆਪਣੀ ਹਾਲਤ ਜਿਹੜੀ ਹੈ ਉਹਦਾ ਜਿਹੜਾ ਜੀਵਨ ਪੱਧਰ ਹੈ ਆਮ ਫਾਰਮਰ ਦਾ ਵੱਡੇ ਫਾਰਮਰਸ ਨੂੰ ਛੱਡ ਕੇ ਉਹ ਨਹੀਂ ਸੁਧਰਨ ਵਾਲਾ, ਉਹ ਅਸੀਂ ਸੁਧਾਰ ਨਹੀਂ ਪਾਵਾਂਗੇ। ਇਸ ਲਈ ਸਾਨੂੰ ਯੂ ਕੈਨ ਸੇ ਸਾਨੂੰ ਕੁਛ ਪਾਥ ਚੇਂਜਿੰਗ ਜਿਹੜਾ ਹੈ ਸਾਨੂੰ ਕੋਈ ਡਿਸੀਜ਼ਨ ਹੈ ਉਹ ਲੈਣਾ ਪਊਗਾ ਤੇ ਸਾਨੂੰ ਪੁਰਾਣੀਆਂ ਪ੍ਰੈਕਟਿਸਿਸ ਨੂੰ ਸਾਨੂੰ ਚੇਂਜ ਕਰਨਾ ਪਊਗਾ। ਤੇ ਇਸ ਸਮੇਂ ਦੀ ਮੰਗ ਹੈ ਕਿ ਅੱਜ ਕੋਆਪਰੇਟਿਵ ਕਲਚਰ ਤੋਂ ਬਿਨਾਂ ਛੋਟਾ ਫਾਰਮਰ ਜੀ ਨਹੀਂ ਸਕਦਾ। ਸੋ ਦੈਟ ਇਜ਼ ਵਾਈ ਜੇ ਇੱਦਾਂ ਦੀਆਂ ਕੋਆਪਰੇਟਿਵਸ ਆਉਂਦੀਆਂ ਉਹ ਫਾਰਮਰਸ ਦੇ ਵਾਸਤੇ ਐਗਰੀਕਲਚਰ ਇੰਪਲੀਮੈਂਟਸ ਵੀ
मैंने रीअरेंज कर सकती हाँ, उत्थे फार्मर थोड़ी फीस पे करके अपनी एग्रीकल्चर इंप्लीमेंट्स उत्थों हायर करके फार्मर अपने समय सिर अपना जो भी खेत विच उन्हें काम करता है वो कर सकता। सो इस तरह दी भी चीज़ां हो सकती हैं, राइट। क्योंकि समय की मंग है कि क्रॉप की डाइवर्सीफिकेशन की भी लोड़ है। ठीक है, मंडियां नहीं हैगियां, ਉਹਦੇ ਵਾਸਤੇ ਹੀ मैं ਕੋਆਪਰੇਟਿਵ ਕਰਨਾ, ਜੇ ਵਿੱਚ ਆਵੇ ਤਾਂ ਕੋਆਪਰੇਟਿਵ ਫਾਰਮਰ ਤੋਂ ਪ੍ਰੋਡਿਊਸ ਪਿਕ ਕਰਕੇ ਕੋਆਪਰੇਟਿਵ ਉਸਨੂੰ ਅੱਗੇ ਕਿਵੇਂ ਡਿਸਟ੍ਰੀਬਿਊਟ ਕਰਨਾ, ਉਹਦੀ ਪ੍ਰੋਸੈਸਿੰਗ ਕਰਨੀ ਹੈ, ਐਕਸਪੋਰਟ ਕਰਨਾ, ਕੀ ਕਰਨਾ ਹੈ, ਉਹ ਕੋਆਪਰੇਟਿਵ ਉਸਨੂੰ ਇੱਕ ਬਿਜ਼ਨਸ ਪੁਆਇੰਟ ਆਫ ਵਿਊ ਤੋਂ ਬੈਠ ਕੇ ਸੋਚ ਕੇ ਫਾਰਮਰਸ ਨੂੰ ਮੈਕਸਿਮਮ ਪ੍ਰੋਫਿਟ ਅਰਨ ਕਰਕੇ ਉਹਦੇ ਵਿੱਚੋਂ ਫਾਰਮਰ ਨੂੰ ਡਿਸਟ੍ਰੀਬਿਊਟ ਕਰ ਸਕਦੀ ਹੈ। ਸੋ ਬੇਸਿਕਲੀ ਡਾਇਵਰਸੀਫਿਕੇਸ਼ਨ ਸਮੇਂ ਦੀ ਨੀਡ ਬਣ ਗਈ ਹੈ, ਕਿਉਂਕਿ ਜੋ ਜ਼ਮੀਨਾਂ ਹੈ ਉਹਨਾਂ ਦੀ ਸਿਹਤ ਦਿਨੋਂ ਦਿਨ ਖਰਾਬ ਹੋ ਰਹੀ ਹੈ। ਨਿਊਟ੍ਰੀਸ਼ਨਲ ਜੋ ਨਿਊਟ੍ਰੀਐਂਟਸ ਦਾ ਇੰਬੈਲੈਂਸ ਹੋ ਰਿਹਾ ਸਾਡੇ ਜ਼ਮੀਨਾਂ ਦੇ ਵਿੱਚ, ਰਾਈਟ। ਜੋ ਵਾਟਰ ਹੈ, ਕੁਛ ਮੇਰੇ ਵੀਰ ਕਹਿੰਦੇ ਆ ਕਿ ਵਾਟਰ ਜਦੋਂ ਅਸੀਂ ਜ਼ਿਆਦਾ ਐਕਸਟ੍ਰੈਕਟ ਕਰਦੇ ਹਾਂ ਜ਼ਮੀਨ ਦੇ ਵਿੱਚੋਂ ਤਾਂ ਉਹਦੇ ਨਾਲ ਪਾਣੀ ਦਾ ਪੱਧਰ ਨੀਚੇ ਜਾ ਰਿਹਾ ਹੈ। ਇਹ ਸਾਇੰਟੀਫਿਕਲੀ ਬਿਲਕੁਲ ਠੀਕ ਆ, ਮੈਂ ਵੀ ਇਹਦੇ ਨਾਲ ਐਗਰੀ ਕਰਦਾ। ਲੇਕਿਨ ਇੱਕ ਹੋਰ ਓਪੀਨੀਅਨ ਮੈਂ ਸੁਣ ਰਿਹਾ ਸੀ ਕਿਸੇ ਦਾ, ਉਹ ਕਹਿੰਦੇ ਸੀ ਕਿ ਪਾਣੀ ਕਦੇ ਐ ਨਹੀਂ ਮੁੱਕਦਾ। ਉਹ ਕਹਿੰਦੇ ਕਿ ਪਾਣੀ ਦਾ ਸਾਈਕਲ ਹੁੰਦਾ, ਕਦੇ ਪਾਣੀ ਉੱਪਰ ਆ ਜਾਂਦਾ, ਕਦੇ ਪਾਣੀ ਨੀਚੇ ਚਲਾ ਜਾਂਦਾ। ਚਲੋ ਮੈਂ ਉਸ ਵੀਰ ਦੀ ਗੱਲ ਵੀ ਮੰਨ ਲੈਂਦਾ ਕਿ ਪਾਣੀ ਮੁੱਕਦਾ ਨਹੀਂ, ਪਾਣੀ ਦਾ ਸਾਈਕਲ ਹੁੰਦਾ, ਕਦੇ ਉੱਪਰ ਕਦੇ ਨੀਚੇ। ਲੇਕਿਨ ਹੁਣ ਜਿਹੜਾ ਪਾਣੀ ਹੈ ਇਹ ਨੀਚੇ ਜਾ ਰਿਹਾ। ਮੈਂ ਜੇ ਉਸ ਵੀਰ ਦੀ ਗੱਲ ਵੀ ਮੰਨਾਂ, ਜੇ ਪਾਣੀ ਨੀਚੇ ਜਾ ਰਿਹਾ ਹੈ ਤਾਂ ਜੋ ਉਹਨਾਂ ਦੇ ਵਿੱਚ ਜਦੋਂ ਪਾਣੀ ਦੀ ਮਿਕਦਾਰ ਘਟੂਗੀ, ਜਿਹੜੇ ਕੈਮੀਕਲਸ ਹੈ ਉਹਨਾਂ ਦੇ ਵਿੱਚ ਪਰ ਲੀਟਰ ਕੰਸਨਟ੍ਰੇਸ਼ਨ ਆਫ ਕੈਮੀਕਲਸ ਇਨਕਰੀਜ਼ ਹੋਊਗੀ। ਜੇ ਪ੍ਰਤੀ ਲੀਟਰ ਕੈਮੀਕਲਸ ਦੀ ਤਾਦਾਦ ਉਹਨਾਂ ਵਿੱਚ ਵੱਧਦੀ ਹੈ ਤਾਂ ਉਹ ਪਾਣੀ ਸਾਡੇ ਵਾਸਤੇ, ਸਾਡੀਆਂ ਫਸਲਾਂ ਵਾਸਤੇ ਨੁਕਸਾਨਦਾਇਕ ਬਣਦਾ ਹੈ। ਤਾਂ ਇਸ ਵਾਸਤੇ ਸਾਨੂੰ ਇਹਨਾਂ ਚੀਜ਼ਾਂ ਨੂੰ ਵੀ ਦੇਖਣ ਦੀ ਲੋੜ ਹੈ। ਸਾਨੂੰ ਸਾਡੇ ਜਿਹੜੇ ਕੁਦਰਤੀ ਸਰੋਤ ਹੈ ਸਾਨੂੰ ਉਹਨਾਂ ਨੂੰ ਸੰਭਾਲਣ ਦੀ, ਉਹਨਾਂ ਨੂੰ ਯੂ ਕੈਨ ਸੇ ਮੈਨੇਜ ਕਰਨ ਦੀ ਤੇ ਉਹਨਾਂ ਨੂੰ ਖਰਾਬ ਹੋਣ ਤੋਂ ਬਚਾਉਣ ਦੀ ਇੱਕ ਬਹੁਤ ਵੱਡੀ ਲੋੜ ਹੈ ਅੱਜ। ਸੋ ਉਹਦੇ ਵਾਸਤੇ ਮੈਨੂੰ ਲੱਗਦਾ ਜੇ ਕਿਸੇ ਵੇਲੇ ਲੋੜ ਪਈ ਤਾਂ ਜੇ ਕੋਈ ਆਰਗੇਨਾਈਜੇਸ਼ਨ ਇਹ ਚਾਹੂਗੀ ਤਾਂ ਈਵਨ ਮੈਂ ਬੈਠ ਵੀ ਸਕਦਾ। ਮੈਨੂੰ ਇਹਦੇ ਵਿੱਚ ਕੋਈ ਮੇਰਾ ਪਰਸਨਲ ਇੰਟਰਸਟ ਨਹੀਂ ਹੈਗਾ, ਬਟ ਮੈਨੂੰ ਇਹ ਹੈਗਾ ਕਿ ਕੋਈ ਪਰਮਾਨੈਂਟ ਸੋਲਿਊਸ਼ਨ ਲੱਭਿਆ ਜਾਵੇ। ਇਸ ਤਰ੍ਹਾਂ ਲਗਾਤਾਰ ਲੜ ਲੜ ਕੇ ਮੈਨੂੰ ਲੱਗਦਾ ਜੋ ਅਸੀਂ ਕਿਸੇ ਸੋਲਿਊਸ਼ਨ, ਅਸੀਂ ਜਿਹੜੇ ਸੋਲਿਊਸ਼ਨ ਕਰਦੇ ਹਾਂ ਉਹ ਸਾਡੇ ਫਿਰ ਸ਼ਾਰਟ ਟਰਮ ਸੋਲਿਊਸ਼ਨ ਰਹਿ ਜਾਂਦੇ ਆ ਤੇ ਲੰਬੇ ਸਮੇਂ ਦੇ ਵਿੱਚ ਜਾਂ ਲੌਂਗ ਟਰਮ ਦੇ ਵਿੱਚ ਜਿਹੜੀ ਸਾਡੀ ਹਾਲਤ ਹੈ ਉਹ ਜਿਉਂ ਦੀ ਤਿਉਂ ਬਣੀ ਚੱਲੀ ਆ ਰਹੀ ਹੈ। ਇਸ ਵਾਸਤੇ ਮੈਨੂੰ ਲੱਗਦਾ ਕਿ ਰਸਤੇ ਜਿਹੜੇ ਹੈ, ਜਿਨ੍ਹਾਂ ਰਸਤਿਆਂ ਤੇ ਅਸੀਂ ਬਹੁਤ ਦੇਰ ਤੇ ਚੱਲਦੇ ਆ ਰਹੇ ਹਾਂ, ਸਾਨੂੰ ਉਹਨਾਂ ਰਸਤਿਆਂ ਨੂੰ ਵੀ ਥੋੜਾ ਬਦਲਣਾ ਪਊਗਾ। ਤੇ ਫਿਰ ਜਾ ਕੇ ਅਸੀਂ ਜਿਹੜੇ ਸਾਡੇ ਛੋਟੇ ਛੋਟੇ ਕਿਸਾਨ ਹੈ, 1 ਏਕੜ ਵਾਲੇ, 2 ਏਕੜ ਵਾਲੇ, ਹਾਫ ਏਕੜ ਵਾਲੇ, 3 ਏਕੜ ਵਾਲੇ, ਉਹਨਾਂ ਕਿਸਾਨਾਂ ਨੂੰ ਅਸੀਂ ਅੱਛਾ ਸਟੈਂਡਰਡ ਆਫ ਲਿਵਿੰਗ ਪ੍ਰੋਵਾਈਡ ਕਰਨ ਦੇ ਵਿੱਚ ਅਸੀਂ ਸਕਸੈਸਫੁਲ ਹੋ ਸਕਦੇ ਹਾਂ। ਕਿਉਂਕਿ ਜਦੋਂ ਤੱਕ ਕਿਸਾਨ ਵੰਡਿਆ ਰਹੂਗਾ, ਇੰਡੀਵਿਜੂਅਲੀ ਆਪਣੇ 2 ਏਕੜ ਦੇ ਫਾਰਮ ਤੇ ਕੰਮ ਕਰੂਗਾ, ਉਹਦੇ ਵਿੱਚ ਵੀ ਕਣਕ ਤੇ ਝੋਨਾ ਹੀ ਪੈਦਾ ਕਰੂਗਾ, ਤਾਂ ਉਹਦੇ ਵਾਸਤੇ ਅਫੋਰਡੇਬਲ ਨਹੀਂ ਹੈ। ਉਹਦੇ ਵਾਸਤੇ ਜੋ ਯੂ ਕੈਨ ਸੇ, ਅਗਰ ਅਸੀਂ ਦੇਖੀਏ ਮਤਲਬ ਇਕਨੋਮਿਕਲੀ ਵਾਇਬਲ ਨਹੀਂ ਬਣਦਾ ਤੇ ਉਹ ਲਗਾਤਾਰ ਕਰਜ਼ੇ ਦੇ ਵਿੱਚ ਧੱਸਦਾ ਜਾਊਗਾ। ਕਿਉਂਕਿ ਇਕੱਲੀ ਖੇਤੀ ਨਹੀਂ, ਉਹਨੇ ਆਪਦਾ ਪਰਿਵਾਰ ਵੀ ਪਾਲਣਾ, ਉਹਨੇ ਆਪਣੇ ਬੱਚਿਆਂ ਦੀ ਪੜ੍ਹਾਈ ਲਿਖਾਈ ਵੀ ਕਰਵਾਉਣੀ ਹੈ, ਉਹਨੇ ਆਪਣੇ ਬੱਚਿਆਂ ਦੀ ਕੱਲ੍ਹ ਨੂੰ ਮੈਰਿਜਸ ਵੀ ਕਰਨੀਆਂ ਤੇ ਕੁਛ ਹੋਰ ਵੀ ਪਰਿਵਾਰਾਂ ਦੇ ਵਿੱਚ ਕਦੀ ਕੋਈ ਬਿਮਾਰ ਹੋ ਗਿਆ, ਕਦੀ ਕੋਈ ਹੋਰ ਚੀਜ਼ਾਂ ਆ ਜਾਂਦੀਆਂ। ਸੋ ਉਹਨਾਂ ਸਾਰੀਆਂ ਚੀਜ਼ਾਂ ਨੂੰ ਮੈਨੇਜ ਨਹੀਂ ਹੋਣਾ ਫਾਰਮਰ ਤੋਂ, ਤੇ ਜੇ ਉਹ ਮੈਨੇਜ ਨਹੀਂ ਕਰ ਸਕੂਗਾ ਤਾਂ ਫਾਰਮਰ ਹੋਰ ਨੀਚੇ ਧੱਸਦਾ ਜਾਊਗਾ। ਉਹਦੇ ਨਾਲ ਜਿਹੜਾ ਮੇਰੇ ਦੇਸ਼ ਦਾ ਛੋਟਾ ਫਾਰਮਰ ਹੈ ਉਹਦਾ ਫਿਊਚਰ ਜਿਹੜਾ ਹੈ ਉਹਦੀ ਮੈਨੂੰ ਵੀ ਨਹੀਂ ਸਮਝ ਆ ਰਹੀ ਜੇ ਆਪਾਂ ਇਸੇ ਰਾਸਤੇ ਉੱਤੇ ਚੱਲਦੇ ਗਏ ਤਾਂ ਇਸ ਵਾਸਤੇ ਮੈਨੂੰ ਲੱਗਦਾ ਜਿੰਨੀਆਂ ਵੀ ਸਮਰੱਥ ਆਰਗੇਨਾਈਜੇਸ਼ਨ ਹੈ, ਜਿੰਨੇ ਵੀ ਸਮਰੱਥ ਲੋਕ ਹੈ, ਉਹਨਾਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ ਹੈ। ਇਕੱਠੇ ਹੋ ਕੇ ਉਹਨਾਂ ਸਾਰਿਆਂ ਨੂੰ ਮਿਲ ਜੁਲ ਕੇ
ਇੱਕ ਹੰਭਲਾ ਮਾਰ ਕੇ ਤੋ ਜਿਹੜੀ ਕਿਸਾਨੀ ਹੈ ਇਸ ਨੂੰ ਇੱਕ ਨਵੀਂ ਦਿਸ਼ਾ ਦੇਣ ਦੀ ਲੋੜ ਹੈ। ਜੇ ਕੋਈ ਵੱਡਾ ਕਾਰਪੋਰੇਟ ਕਿਸਾਨਾਂ ਦੀ ਮਿਹਨਤ ਦੇ ਉੱਤੇ ਸਿਰਫ ਆਪਣਾ ਮਾਈਂਡ ਅਪਲਾਈ ਕਰਕੇ ਇੰਨਾ ਵੱਡਾ ਪ੍ਰੋਫਿਟ ਕਮਾਉਣ ਦੀ ਤਾਕ ਵਿੱਚ ਬੈਠਾ ਜਾਂ ਕਮਾ ਸਕਦਾ ਹੈ ਜਾਂ ਕਮਾ ਰਿਹਾ ਹੈ, ਤੇ ਕਿਉਂ ਨਹੀਂ ਫਾਰਮਰ ਖੁਦ ਇੰਨਾ ਹੰਭਲਾ ਮਾਰ ਸਕਦੇ। ਜਦੋਂ ਲੋਕ ਇਕੱਠੇ ਹੁੰਦੇ ਆ ਤਾਂ ਉਦੋਂ ਫਾਈਨਾਂਸਸ ਦੀ ਵੀ ਕਮੀ ਨਹੀਂ ਰਹਿੰਦੀ। ਉਦੋਂ ਫਿਰ ਜੋ ਹੈ ਉਹਦੇ ਵਿੱਚ ਸਕਿੱਲਸ ਦੀ ਵੀ ਘਾਟ ਨਹੀਂ ਰਹਿੰਦੀ। ਆਪਣੇ ਆਪ ਸਕਿੱਲਸ ਦਾ ਵੀ ਜੋ ਹੈ ਮਤਲਬ ਆਮਦ ਹੋ ਜਾਂਦੀ ਹੈ। ਜਿਹੜੇ ਸਕਿੱਲਫੁਲ ਪਰਸਨਸ ਹੈ ਉਹ ਵੀ ਆ ਕੇ ਨਾਲ ਜੁੜ ਜਾਂਦੇ ਆ, ਕੋਆਪਰੇਟ ਕਰਦੇ ਆ, ਸਕਿੱਲਸ ਦੀ ਕਮੀ ਵੀ ਨਹੀਂ ਰਹਿੰਦੀ। ਤੇ ਫਿਰ ਤੁਹਾਡੀ ਬਾਰਗੇਨਿੰਗ ਪਾਵਰ ਦੀ ਕਮੀ ਵੀ ਨਹੀਂ ਰਹਿੰਦੀ, ਨੈਗੋਸੀਏਸ਼ਨ 'ਚ ਕਮੀ ਵੀ ਨਹੀਂ ਰਹਿੰਦੀ। ਫਿਰ ਤੁਸੀਂ ਇੱਕ ਤਾਕਤ ਬਣਦੇ ਹੋ, ਤੇ ਜਦੋਂ ਤੁਸੀਂ ਇੱਕ ਤਾਕਤ ਬਣਦੇ ਹੋ ਫਿਰ ਤੁਸੀਂ ਸਮੇਂ ਨੂੰ ਆਪਣੇ ਮੁਤਾਬਕ ਮੋੜ ਸਕਦੇ ਹੋ। ਹਜੇ ਤੁਹਾਨੂੰ ਸਮੇਂ ਦੇ ਮੁਤਾਬਕ ਮੋੜਨ ਦੀ ਲੋੜ ਹੈ। ਸੋ ਇੰਨਾ ਕਹਿੰਦਾ ਹੋਇਆ ਮੈਂ ਫਿਰ ਕਾਮਨਾ ਕਰਦਾ ਕਿ ਜਿਹੜੇ ਮੇਰੇ ਭਰਾ ਉੱਥੇ ਸੰਘਰਸ਼ ਤੇ ਬੈਠੇ ਆ, ਭਾਵੇਂ ਉਹ ਕਿਸੇ ਵੀ ਸਟੇਟ ਦੇ ਆ, ਕਿਸੇ ਵੀ ਲੈਵਲ ਦੇ ਆ, ਮੈਂ ਉਹਨਾਂ ਸਾਰੇ ਭਰਾਵਾਂ ਨੂੰ ਇੱਕ ਵਾਰੀ ਸੈਲਿਊਟ ਕਰਦਾ ਕਿ ਬੜੀਆਂ ਕਠਿਨ ਹਾਲਤਾਂ ਦੇ ਵਿੱਚ ਉੱਥੇ ਆਪਣੇ ਮਿਸ਼ਨ ਨੂੰ ਲੈ ਕੇ, ਆਪਣੇ ਮਕਸਦ ਨੂੰ ਲੈ ਕੇ ਉੱਥੇ ਬੜੀ ਦ੍ਰਿੜਤਾ ਦੇ ਨਾਲ, ਬੜੇ ਨਿਸ਼ਚੇ ਦੇ ਨਾਲ ਉੱਥੇ ਬੈਠੇ ਹੋਏ ਆ। ਤੇ ਰੱਬ ਕਰੇ ਇਹਨਾਂ ਨੂੰ ਤਰੱਕੀਆਂ ਮਿਲਣ, ਇਹਨਾਂ ਨੂੰ ਕਾਮਯਾਬੀਆਂ ਮਿਲਣ, ਇਹ ਬੁਲੰਦੀਆਂ ਨੂੰ ਛੂਹਣ। ਇਹਨਾਂ ਦੇ ਜੋ ਵੀ ਛੋਟੀਆਂ ਛੋਟੀਆਂ ਮੰਗਾਂ ਹੈ ਉਹ ਪੂਰੀਆਂ ਹੋਣ, ਤੇ ਰੱਬ ਕਰੇ ਇਹ ਵੀ ਸਮਰੱਥ ਬਣਨ ਜਿਵੇਂ ਅਸੀਂ ਦੂਸਰੇ ਲੋਕਾਂ ਨੂੰ ਸਮਰੱਥ ਦੇਖਦੇ ਹਾਂ। ਸੋ ਇੰਨਾ ਕਹਿੰਦਾ ਹੋਇਆ ਮੈਂ ਇੱਕ ਵਾਰ ਫਿਰ ਬੇਨਤੀ ਕਰਦਾ ਕਿ ਜਿੰਨੇ ਵੀ ਮੇਰੇ ਦੇਸ਼ ਦੇ ਸਮਰੱਥ ਨਾਗਰਿਕ ਹੈ, ਤਾਂ ਜਿੰਨੇ ਵੀ ਮੇਰੇ ਦੇਸ਼ ਨਾਲ ਪਿਆਰ ਰੱਖਣ ਵਾਲੇ ਵਿਦੇਸ਼ਾਂ 'ਚ ਬੈਠੇ ਸਮਰੱਥ ਨਾਗਰਿਕ ਹੈ, ਜਿੰਨੀਆਂ ਵੀ ਸਮਰੱਥ ਆਰਗੇਨਾਈਜੇਸ਼ਨ ਹੈ ਵੱਡੀਆਂ, ਉਹਨਾਂ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ। ਰਾਈਟ, ਆਪਣੀ ਆਪਣੀ ਸਮਰੱਥਾ ਦੇ ਮੁਤਾਬਕ ਜੋ ਫਾਈਨਾਂਸ ਵਿੱਚ ਸਮਰੱਥ ਹੈ ਉਹ ਫਾਈਨਾਂਸ ਦੀ ਕੰਟਰੀਬਿਊਸ਼ਨ ਕਰ ਸਕਦਾ, ਜੋ ਆਪਣੀ ਐਕਸਪਰਟੀਜ਼ ਦੇ ਵਿੱਚ ਹੈ ਅੱਗੇ ਉਹ ਆਪਣੀ ਐਕਸਪਰਟੀਜ਼ ਦੇ ਸਕਦਾ। ਜਿਸ ਕਿਸੇ ਬੰਦੇ ਨੂੰ ਐਡਮਿਨਿਸਟ੍ਰੇਸ਼ਨ ਪਲੈਨਿੰਗ ਆਈਡੀਆਸ ਹੈ ਉਹ ਕੰਟਰੀਬਿਊਟ ਕਰ ਸਕਦਾ। ਸੋ ਅਸੀਂ ਇਹਨਾਂ ਚੀਜ਼ਾਂ ਦਾ ਲੰਗਰ ਲਾਈਏ, ਇਹਨਾਂ ਚੀਜ਼ਾਂ ਦੇ ਲੰਗਰ ਲਾ ਕੇ ਇਕੱਠਾ ਕਰੀਏ, ਇਕੱਠੇ ਕਰਕੇ ਅਸੀਂ ਉਹਨੂੰ ਫਾਰਮਰ ਦੇ ਇੰਟਰਸਟ ਵਿੱਚ ਇਨਵੈਸਟ ਕਰੀਏ, ਫਾਰਮਰ ਦੇ ਇੰਟਰਸਟ ਵਿੱਚ ਆਈਡੀਆਸ, ਐਕਸਪਰਟੀਜ਼, ਸਾਡੀ ਬੁੱਧੀ, ਸਕਿੱਲ, ਸਾਡੇ ਪੈਸੇ, ਉਹਨਾਂ ਨੂੰ ਇਨਵੈਸਟ ਕਰਕੇ ਤੇ ਅਸੀਂ ਫਾਰਮਰ ਨੂੰ ਅਸੀਂ ਇਸ ਜੋ ਹੈ ਜਿਹੜੀ ਇੱਦਾਂ ਦੀ ਜਿਹੜੀ ਹਾਲਤ ਹੈ ਉਹਦੇ ਵਿੱਚ ਅਸੀਂ ਨਿਜਾਤ ਦਵਾਈਏ, ਤੇ ਅਸੀਂ ਕੋਸ਼ਿਸ਼ ਕਰੀਏ ਕਿ ਇਹ ਜਿਹੜੀ ਕਿਰਤੀ ਹੈ, ਜਿਹੜਾ ਫਾਰਮਰ ਪ੍ਰੋਡਿਊਸਰ ਹੈ, ਜਿਹੜਾ ਪ੍ਰੋਡਿਊਸਰ ਹੁੰਦਾ, ਪ੍ਰੋਡਿਊਸਰ ਇੱਕ ਦਾਤਾ ਹੁੰਦਾ ਹੈ, ਲੇਕਿਨ ਫਾਰਮਰ ਜੋ ਹੈ ਪ੍ਰੋਡਿਊਸਰ ਤਾਂ ਬਣਿਆ, ਲੇਕਿਨ ਫਾਰਮਰ ਨੇ ਹਜੇ ਤੱਕ ਜੋ ਰॉ ਕ੍ਰੌਪਸ ਜਾਂ ਰॉ ਮਟੀਰੀਅਲ ਪ੍ਰੋਡਿਊਸ ਕੀਤਾ, ਤੇ ਇੱਕ ਵਿੱਚ ਨਵੀਂ ਕਲਾਸ ਆ ਗਈ, ਜਿਹੜੀ ਕਲਾਸ ਫਾਰਮਰ ਦੇ ਰॉ ਪ੍ਰੋਡਿਊਸ ਨੂੰ ਉਠਾ ਕੇ ਤੇ ਉਸ ਨੂੰ ਅੱਗੇ ਇੱਕ ਫਿਨਿਸ਼ਡ ਪ੍ਰੋਡਕਟ ਬਣਾ ਲੈਂਦੀ ਹੈ, ਤੇ ਉਹਨੂੰ ਜਾ ਕੇ ਬਾਜ਼ਾਰ 'ਚ ਵੇਚਦੀ ਹੈ, ਸੈਲ ਆਊਟ ਕਰਦੀ ਹੈ, ਤੇ ਵਿੱਚੋਂ ਚੋਖਾ ਮੁਨਾਫਾ ਉਹ ਜਿਹੜੀ ਵਿੱਚ ਵਾਲੀ ਜਿਹੜੀ ਇੰਟਰਮੀਡੀਏਟ ਪਾਰਟੀ ਹੈ ਉਹ ਵਿੱਚੋਂ ਉਠਾਉਂਦੀ ਹੈ, ਤੇ ਉਹ ਪਾਰਟੀ ਦਾ ਮੁਨਾਫਾ ਜੇ ਕਿਸਾਨਾਂ 'ਚ ਵੰਡਿਆ ਜਾਵੇ ਤਾਂ ਉਹ ਕਿਸਾਨਾਂ ਦੀ ਖੁਸ਼ਹਾਲੀ ਲੈ ਕੇ ਆ ਸਕਦਾ, ਔਰ ਉਹਦੇ ਨਾਲ ਜਿਹੜਾ ਇੱਕ ਡਿਸਟਰੀਬਿਊਟਿਵ ਜਸਟਿਸ ਜਿਹੜਾ ਹੈ ਅਸੀਂ ਗੱਲ ਕਰਦੇ ਹਾਂ, ਉਹ ਵੀ ਅਸੀਂ ਯੂ ਕੈਨ ਸੇ ਇਨਸ਼ੋਰ ਕਰ ਸਕਦੇ ਹਾਂ, ਉਹ ਵੀ ਸਾਨੂੰ ਦਿਖ ਸਕਦਾ। ਹਜੇ ਡਿਸਟਰੀਬਿਊਟਿਵ ਜਸਟਿਸ ਨਹੀਂ ਹੈ। ਹਜੇ ਕੀ ਹੈ ਕਿ ਫਾਰਮਰ ਨੀਚੇ ਕਰੋੜਾਂ ਦੀ ਗਿਣਤੀ 'ਚ ਬੈਠੇ ਹੈ, ਉੱਪਰ 10 ਇੰਡਸਟਰੀਲਿਸਟ ਬੈਠੇ ਹੈ ਜਿਨ੍ਹਾਂ ਨੇ ਫਾਰਮਰ ਦਾ ਪ੍ਰੋਡਿਊਸ ਉਠਾਇਆ, ਉਹਨੂੰ ਪ੍ਰੋਸੈਸ ਕੀਤਾ ਤੇ ਉਹਨੂੰ ਵੇਚਤਾ। ਫਾਰਮਰ ਦੇ ਕੋਲੋਂ ਉਹਨਾਂ ਨੇ ਲੈਟ ਸਪੋਜ਼ 10 ਰੁਪਏ ਕਿਲੋ ਉਠਾਇਆ, ਅੱਗੇ ਉਹਨਾਂ ਨੇ ਜਾ ਕੇ 50 ਰੁਪਏ ਕਿਲੋ ਵੇਚਤਾ, ਉਹਨਾਂ ਦੀ ਪ੍ਰੋਸੈਸਿੰਗ ਕਾਸਟ 10 ਰੁਪਏ 15 ਰੁਪਏ ਆਈ ਹੈ। ਉਹ ਵਿੱਚੋਂ ਫਾਰਮਰ ਨੇ ਉਹਦੇ 'ਚ ਮਿਹਨਤ ਵੀ ਲਾਈ, ਫਾਰਮਰ ਦੇ ਰਿਸੋਰਸਿਸ ਵੀ ਲੱਗੇ, ਜ਼ਮੀਨ ਵੀ ਲੱਗੀ,
कैपिटल इन्वेस्टमेंट भी की, फार्मर की लेबर भी लगी, रिस्क भी फार्मर ने उठाया। सो वो सारिया चीज़ां विच पा के फार्मर ਨੂੰ ਤਾਂ टोटल ही 10 रुपए मिलते हैं, ਜਿਹਦੇ 'ਚ ਉਹਦੀ कॉस्ट भी है। ਤੇ ਜਿਹੜਾ ਇੱਕ ਵਿੱਚ ਜਿਹੜਾ ਇੱਕ ਆ ਗਿਆ ਇੰਟਰਮੀਡੀਏਟ ਆ ਗਿਆ, ਉਹ ਇੰਟਰਮੀਡੀਏਟ ਫਾਰਮਰ ਤੋਂ 10 ਰੁਪਏ 'ਚ ਉਠਾ ਕੇ 10 ਰੁਪਏ ਉੱਤੇ ਹੋਰ ਲਗਾ ਕੇ ਤੇ ਉਹ ਅੱਗੇ 50 ਰੁਪਏ 'ਚ ਵੇਚਦਾ, ਉਹ 30 ਰੁਪਏ ਮੁਨਾਫਾ ਕਮਾ ਰਿਹਾ ਸਿਰਫ ਇਸ ਚੀਜ਼ ਦਾ ਕਿ ਉਹ ਯੂ ਕੈਨ ਸੇ ਫਾਰਮਰ ਦੇ ਪ੍ਰੋਡਿਊਸ ਨੂੰ ਯੂ ਕੈਨ ਸੇ ਫਿਨਿਸ਼ਡ ਪ੍ਰੋਡਕਟ ਦੇ ਵਿੱਚ ਬਣਾ ਕੇ ਉਹ ਡਿਸਟ੍ਰੀਬਿਊਟ ਕਰ ਰਿਹਾ। ਪ੍ਰੋਬਲਮ ਇਹੀ ਹੈ ਕਿ ਫਾਰਮਰ ਸਾਡਾ ਪਹਿਲਾਂ ਤਾਂ ਚਲੋ ਸਾਡਾ ਫਾਰਮਰ ਅਨਪੜ੍ਹ ਸੀ, ਘੱਟ ਪੜ੍ਹਿਆ ਲਿਖਿਆ ਸੀ, ਲੇਕਿਨ ਅੱਜ ਤਾਂ ਸਾਡੇ ਜਿਹੜੇ ਫਾਰਮਰਸ ਦੇ ਜਿਹੜੇ ਬੱਚੇ ਹੈ ਉਹ ਬਹੁਤ ਵੈਲ ਐਜੂਕੇਟਡ ਹੈ, ਅੱਛੀ ਅੱਛੀ ਐਜੂਕੇਸ਼ਨਲ ਇੰਸਟੀਟਿਊਸ਼ਨਸ ਤੋਂ ਉਹਨਾਂ ਨੇ ਆਪਣੀ ਐਜੂਕੇਸ਼ਨ ਲਈ ਹੈ, ਬੜੇ ਸਮਾਰਟ ਹੈ, ਉਹਨਾਂ ਨੂੰ ਕਮਿਊਨੀਕੇਸ਼ਨ ਸਕਿੱਲਸ ਬੜੀਆਂ ਕਮਾਲ ਦੀਆਂ ਉਹਨਾਂ 'ਚ ਕੌਨਫੀਡੈਂਸ ਬੜਾ ਅੱਛਾ ਹੈ, ਉਹਨਾਂ 'ਚ ਮੈਨੇਜੀਰੀਅਲ ਸਕਿੱਲਸ ਬੜੀਆਂ ਅੱਛੀਆਂ ਹੈ। So they are able to do that. But the thing is that ਕਿ ਜਿਸ ਪਿਛੋਕੜ ਦੇ ਵਿੱਚੋਂ ਸਾਡੀ ਫਾਰਮਿੰਗ ਗੁਜ਼ਰੀ ਹੈ ਉਸ ਨੂੰ ਦੇਖ ਕੇ ਜਿਹੜਾ ਫਾਰਮਿੰਗ ਹੈ ਉਹ ਇੱਕ ਬਹੁਤ ਜ਼ਿਆਦਾ ਰਿਸਪੈਕਟੇਬਲ ਧੰਦਾ ਉਸ ਨੂੰ ਨਹੀਂ ਮੰਨਦੇ, ਅੱਜ ਈਵਨ ਫਾਰਮਰਸ ਦੇ ਬੱਚੇ ਨਹੀਂ ਮੰਨਦੇ ਉਸ ਨੂੰ। ਦੈਟ ਇਜ਼ ਵਾਈ ਹਰ ਇੱਕ ਫਾਰਮਰ ਦੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਮੇਰੇ ਬੱਚੇ ਹੈ ਉਹ ਜਾਂ ਤਾਂ ਕਿਸੇ ਅੱਛੀ ਜੌਬ ਚਲੇ ਜਾਣ ਜਾਂ ਕਿਸੇ ਚੰਗੇ ਬਿਜ਼ਨਸ 'ਚ ਲੱਗ ਜਾਣ, ਜਾਂ ਉਹ ਵਿਦੇਸ਼ 'ਚ ਚਲੇ ਜਾਣ। ਔਰ ਇਸ ਚੀਜ਼ ਨੂੰ ਆਪਾਂ ਕਰੈਕਟ ਕਰਨਾ ਹੈ, ਰਾਈਟ। ਸੋ ਇਸ ਚੀਜ਼ ਨੂੰ ਕਰੈਕਟ ਆਪਾਂ ਤਾਂ ਹੀ ਕਰ ਸਕਦੇ ਹਾਂ ਜੇ ਫਾਰਮਰ ਨੂੰ ਅਸੀਂ ਸਮਰੱਥ ਬਣਾਵਾਂਗੇ। ਜਿੱਥੇ ਫਾਰਮਰ ਦੀ ਕਮੀ ਰਹੀ ਹੈ, ਫਾਰਮਰ ਕੋਲ ਇਨਫੋਰਮੇਸ਼ਨ ਦੀ ਕਮੀ ਸੀ ਕਿਉਂਕਿ ਪਿੰਡ ਤੇ ਸ਼ਹਿਰ ਕਨੈਕਟਡ ਨਹੀਂ ਸੀ, ਇਨਫੋਰਮੇਸ਼ਨ ਦੀ ਕਮੀ ਸੀ, ਟਰਾਂਸਪੋਰਟੇਸ਼ਨ ਦੀ ਕਮੀ ਸੀ ਕਿਉਂਕਿ ਪਿੰਡਾਂ ਦੀ ਸ਼ਹਿਰਾਂ ਨਾਲ ਲਿੰਕੇਜ ਇੱਕ ਬੜੀ ਵੱਡੀ ਸਮੱਸਿਆ ਸੀ, ਐਜੂਕੇਸ਼ਨ ਦੀ ਕਮੀ ਸੀ ਤੇ ਕੈਪੀਟਲ ਦੀ ਕਮੀ ਸੀ। ਉਹਨਾਂ ਚੀਜ਼ਾਂ ਦੇ ਕਰਕੇ ਜਿਹੜਾ ਫਾਰਮਰ ਸੀ ਉਹ ਇੱਕ ਪ੍ਰੋਸੈਸਰ ਨਹੀਂ ਬਣ ਸਕਿਆ ਤੇ ਅੱਜ ਇੱਕ ਕੋਆਪਰੇਟਿਵਸ ਆ ਕੇ ਇੱਦਾਂ ਦੀਆਂ ਫਾਰਮਰ ਦੀ ਬਾਂਹ ਫੜ ਕੇ ਮਤਲਬ ਵਿੱਚ ਇੱਕ ਪ੍ਰੋਸੈਸਰ ਦਾ ਰੋਲ ਪਲੇ ਕਰਕੇ ਤੇ ਫਾਰਮਰ ਨੂੰ ਜੋ ਹੈ ਇੱਕ ਬੈਟਰ ਪ੍ਰੋਫਿਟ ਦਵਾ ਸਕਦੀਆਂ। ਸੋ ਮੈਨੂੰ ਲੱਗਦਾ ਕਿ ਇਸ ਚੀਜ਼ ਦੇ ਉੱਤੇ ਜ਼ਰੂਰ ਸੋਚਣ ਦੀ ਲੋੜ ਹੈ। ਤੋ ਮੈਂ ਜਿੰਨੇ ਜੋਗਾ ਹੈਗਾ, ਜਿੰਨੀ ਮੇਰੀ ਕਪੈਸਿਟੀ ਹੈ, ਜਿੰਨਾ ਮੈਂ ਕਰ ਸਕਦਾ, ਆਈ ਐਮ ਰੈਡੀ ਟੂ ਡੂ ਟੂ ਦ ਮੈਕਸੀਮਮ ਐਕਸਟੈਂਟ ਜਿੰਨਾ ਕੁ ਮੈਂ ਆਪਣਾ ਇੰਟਲੈਕਚੁਅਲ ਲੈਵਲ 'ਤੇ ਕਰ ਸਕਦਾ। ਸੋ ਮੇਰਾ ਖਿਆਲ ਹੈ ਕਿ ਮੇਰਾ ਜਿਹੜਾ ਮੈਸੇਜ ਹੈ ਜਿੰਨੀਆਂ ਵੀ ਸੰਗਤਾਂ ਹੈ, ਜਿੰਨੇ ਵੀ ਕਿਸਾਨ ਹੈ ਜਿਨ੍ਹਾਂ ਦੇ ਕੋਲ ਜਾਂਦਾ ਹੈ, ਮੈਨੂੰ ਲੱਗਦਾ ਉਹਨਾਂ ਨੂੰ ਜ਼ਰੂਰ ਇਸ ਨੂੰ ਅੱਗੇ ਫਾਰਵਰਡ ਕਰਨਾ ਚਾਹੀਦਾ। ਜ਼ਰੂਰ ਇਹਨਾਂ ਨੂੰ ਜੋ ਆਪਣਾ ਓਬਰਾਏ ਸਾਹਿਬ ਹੋਰਾਂ ਤੱਕ ਜਾਂ ਖਾਲਸਾ ਏਡ ਵਾਲੇ ਸਰਦਾਰ ਰਵੀ ਸਿੰਘ ਜੀ ਹੋਰਾਂ ਤੱਕ ਇਹਨਾਂ ਨੂੰ ਪਹੁੰਚਾਉਣਾ ਚਾਹੀਦਾ, ਸੋ ਦੈਟ ਅਸੀਂ ਸਾਰੇ ਰਲ ਕੇ ਇਸ ਦੇ ਉੱਤੇ ਕੋਈ ਐਕਸ਼ਨ ਪਲਾਨ ਬਣਾ ਕੇ ਤੇ ਬੜੀ ਛੇਤੀ ਇਸ ਨੂੰ ਅਸੀਂ ਇੱਕ ਪ੍ਰੈਕਟੀਕਲ ਰੂਪ ਦੇ ਕੇ ਤੇ ਇਸ ਨੂੰ ਅਸੀਂ ਅੱਗੇ ਲਿਆਈਏ ਤੇ ਇਹਦੇ ਨਾਲ ਫਿਰ ਸਾਨੂੰ ਨਾ ਕਿਸੇ ਕਾਰਪੋਰੇਟ ਦਾ ਡਰ ਹੈ, ਨਾ ਸਾਨੂੰ ਕਿਸੇ ਐਕਸਪਲੋਇਟੇਸ਼ਨ ਦਾ ਡਰ ਹੈ, ਨਾ ਸਾਨੂੰ ਕਿਸੇ ਹੋਰ ਚੀਜ਼ ਦਾ ਡਰ ਹੈ, ਨਾ ਸਾਨੂੰ ਸਾਡੀਆਂ ਜ਼ਮੀਨਾਂ ਖੁੱਸ ਜਾਣ ਦਾ ਡਰ ਹੈ। ਤੇ ਜ਼ਮੀਨਾਂ ਦੇ ਮਾਲਕ ਤੁਸੀਂ ਰਹੋਗੇ ਔਰ ਜਿਹੜੀ ਆਪਣੀ ਡਿਗਨਿਟੀ ਹੈ ਉਹ ਬਰਕਰਾਰ ਰਹੂਗੀ, ਰਾਈਟ। ਸਿਰਫ ਕੋਆਪਰੇਟਿਵ ਤੋਂ ਬਿਨਾਂ ਮੈਨੂੰ ਪਤਾ ਹੈ ਛੋਟੇ ਫਾਰਮਰ ਦਾ ਗੁਜ਼ਾਰਾ ਨਹੀਂ ਹੋਣ ਵਾਲਾ, ਇਹ ਪੱਕੀ ਗੱਲ ਹੈ। ਸੋ ਆਪਾਂ ਨੂੰ ਜ਼ਰੂਰ ਇਸ ਦਿਸ਼ਾ 'ਚ ਸੋਚਣਾ ਚਾਹੀਦਾ ਤੇ ਮੈਨੂੰ ਲੱਗਦਾ ਸਾਰੇ ਵੀਰ ਜਿਨ੍ਹਾਂ ਦੇ ਕੋਲੇ ਇਹ ਮੇਰੀ ਗੱਲ ਪਹੁੰਚੂਗੀ, ਸਾਰੀਆਂ ਭੈਣਾਂ ਜਿਨ੍ਹਾਂ ਕੋਲੇ ਗੱਲ ਪਹੁੰਚੂਗੀ, ਸਾਰੇ ਬੁੱਧੀਜੀਵੀ ਜਿਨ੍ਹਾਂ ਕੋਲੇ ਗੱਲ ਪਹੁੰਚੂਗੀ, ਸਾਰੇ ਸਮਰੱਥ ਲੋਕ ਜਿਨ੍ਹਾਂ ਕੋਲੇ ਗੱਲ ਪਹੁੰਚੂਗੀ, ਜ਼ਰੂਰ ਮੈਨੂੰ ਲੱਗਦਾ ਇਸ ਗੱਲ ਦੇ ਉੱਤੇ ਆਪਣੀ ਓਪੀਨੀਅਨ ਵੀ ਦੇਣਗੇ ਤੇ ਇਸ ਗੱਲ ਨੂੰ ਸਪੋਰਟ ਵੀ ਕਰਨਗੇ, ਇਸ ਨੂੰ ਅੱਗੇ ਫਾਰਵਰਡ ਵੀ ਕਰਨਗੇ। ਸੋ ਮੈਂ ਐਚ ਐਸ ਸਿੱਧੂ ਆਪਣੀ ਗੱਲ ਤੁਹਾਡੇ ਨਾਲ ਸਾਂਝੀ ਕਰਕੇ ਕਿ ਮੈਂ ਹੁਣ ਤੁਹਾਡੇ ਤੋਂ ਖਿਮਾ ਮੰਗ ਰਿਹਾ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਜੇ ਕੋਈ ਮੇਰੀ ਗੱਲ ਕਿਸੇ ਨੂੰ ਅੱਛੀ ਨਾ ਲੱਗੀ ਹੋਵੇ ਜਾਂ ਕਿਸੇ ਦਾ ਓਪੀਨੀਅਨ ਮੇਰੇ ਤੋਂ ਡਿਫਰੈਂਟ ਹੋਵੇ ਤਾਂ ਮੈਂ ਮਾਫੀ ਮੰਗਦਾ।
क्योंकि ओपीनियन डिफरेंट हो सकते हैं। मैं अपनी गल कही है, जे किसी का ओपीनियन डिफरेंट है तो कोई मेरा वीर अपना ओपीनियन भी दे सकता है। एक ਤੇ ਇੱਕ ਦੋ ਓਪੀਨੀਅਨਸ ਮਿਲਾ ਕੇ ਅਸੀਂ ਕੋਈ ਤੀਸਰਾ ਨਵਾਂ ਓਪੀਨੀਅਨ ਪੈਦਾ ਕਰ ਸਕਦੇ ਹਾਂ ਜਿਹੜਾ ਕਿ ਜ਼ਿਆਦਾ ਵਧੀਆ ਹੋ ਸਕਦਾ ਹੈ। ਸੋ ਦੈਟ ਇਜ਼ ਵਾਈ ਮੈਂ ਸਾਰਿਆਂ ਦੇ ਕੋਲੋਂ ਮਾਫੀ ਚਾਹੁੰਦਾ ਐਂਡ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਥੋੜਾ ਟਾਈਮ ਸਪੈਂਡ ਕਰਕੇ ਤੁਸੀਂ ਮੇਰੇ ਇਸ ਵਿਚਾਰ ਨੂੰ ਸੁਣਿਆ। ਪਲੀਜ਼ ਇਹਨੂੰ ਪ੍ਰਮੋਟ ਕਰੋ, ਸਪੋਰਟ ਕਰੋ, ਅੱਗੇ ਫਾਰਵਰਡ ਕਰੋ ਸੋ ਦੈਟ ਅਸੀਂ ਫਾਰਮਰ ਦੀ ਬੈਟਰਮੈਂਟ ਵਾਸਤੇ, ਫਾਰਮਰ ਦੀ ਵੈਲਫੇਅਰ ਦੇ ਵਾਸਤੇ, ਫਾਰਮਰ ਨੂੰ ਅੱਛੀ ਜ਼ਿੰਦਗੀ ਜੋ ਹੈ ਉਹ ਦਿਖਾਉਣ ਵਾਸਤੇ ਤੇ ਛੋਟੇ ਫਾਰਮਰ ਨੂੰ ਬਚਾਉਣ ਵਾਸਤੇ ਅਸੀਂ ਕੁਝ ਸਾਰਥਕ ਉਪਰਾਲਾ ਕਰ ਸਕੀਏ। ਸੋ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ, ਨਮਸਕਾਰ। ਫਿਰ ਮਿਲਾਂਗੇ। ਥੈਂਕ ਯੂ।